ਸਤਿ ਸ਼੍ਰੀ ਅਕਾਲ ਜੀ। ਲੈ ਕੇ ਆਏ ਜੀ ਅੱਜ ਇੱਕ ਹੋਰ ਨਵੀਂ ਕਹਾਣੀ। ਮੈਂ ਜਦੋਂ ਵਿਧਵਾ ਹੋਈ ਤਾਂ ਮੇਰੀ ਦਰਾਣੀ ਨੇ ਮੇਰਾ ਵਿਆਹ ਆਪਣੇ ਘਰ ਵਾਲੇ ਨਾਲ ਕਰਵਾ ਦਿੱਤਾ ਤੇ ਉਹ ਮੇਰੀ ਸੌਤਣ ਬਣ ਗਈ ਤੇ ਮੇਰੀ ਦਿਨ ਰਾਤ ਸੇਵਾ ਕਰਨ ਲੱਗੀ। ਹਰ ਰੋਜ਼ ਉਹ ਮੈਨੂੰ ਦੇਸੀ ਘਿਓ ਦਾ ਪਰੌਂਠਾ ਤੇ ਨਾਲ ਆਮਲੇਟ ਬਣਾ ਕੇ ਖਵਾਉਂਦੀ ਤੇ ਕਹਿੰਦੀ ਕਿ ਜਲਦੀ ਤੂੰ ਇਸ ਘਰ ਲਈ ਵਾਰਿਸ ਪੈਦਾ ਕਰੇਂਗੀ। ਜਦੋਂ ਮੈਂ ਪਰੌਂਠੇ ਤੇ ਆਮਲੇਟ ਖਾ ਲੈਂਦੀ ਤਾਂ ਮੈਨੂੰ ਰਾਤ ਨੂੰ ਬਹੁਤ ਗਹਿਰੀ ਨੀਂਦ ਆ ਜਾਂਦੀ ਤੇ ਜਦੋਂ ਮੈਂ ਸਵੇਰ ਉੱਠਦੀ ਤਾਂ ਮੇਰੇ ਪਰਸ ਵਿੱਚ ਉਹ ਬਹੁਤ ਸਾਰੇ ਪੈਸੇ ਪਾ ਦਿੰਦੀ ਤੇ ਮੈਨੂੰ ਡਾਕਟਰ ਦੇ ਕੋਲ ਲੈ ਕੇ ਜਾਂਦੀ। ਇੱਕ ਦਿਨ ਡਾਕਟਰ ਸਾਨੂੰ ਦੋਨਾਂ ਨੂੰ ਪਹਿਚਾਨ ਨਾ ਸਕੀ ਕਿਉਂਕਿ ਸਾਡੇ ਦੋਹਾਂ ਦੇ ਮੂੰਹ ਇੱਕੋ ਜਿਹੇ ਦੁਪੱਟੇ ਨਾਲ ਹੀ ਢਕੇ ਹੋਏ ਸਨ ਤੇ ਡਾਕਟਰ ਭੁਲੇਖੇ ਨਾਲ ਮੇਰੇ ਕੰਨ ਵਿੱਚ ਕਹਿਣ ਲੱਗੀ ਕਿ ਕੋਮਲ, ਅੱਜ ਰਾਤ ਨੂੰ ਤੂੰ ਉਸ ਨੂੰ ਨੀਂਦ ਦੀਆਂ ਗੋਲੀਆਂ ਨਾ ਪਾ ਕੇ ਦੇਵੀਂ। ਮੈਨੂੰ ਡਾਕਟਰ ਦੀ ਗੱਲ ਤੋਂ ਸ਼ੱਕ ਹੋਇਆ ਤੇ ਉਸ ਰਾਤ ਮੈਂ ਕੁਝ ਵੀ ਨਾ ਖਾਧਾ ਤੇ ਮੈਂ ਸਿਰ ਦਰਦ ਦਾ ਬਹਾਨਾ ਬਣਾ ਕੇ ਸੌਣ ਦਾ ਨਾਟਕ ਕਰਨ ਲੱਗੀ। ਪਰ ਜਿਉਂ ਹੀ ਰਾਤ ਦੇ 11 ਕੁ ਵਜੇ ਤਾਂ ਮੇਰੀ ਜਾਨ ਨਿਕਲ ਗਈ। 1 ਮਿੰਟ ਵਿੱਚ ਮੇਰੇ ਤਾਂ ਹੋਸ਼ ਹੀ ਉੱਡ ਗਏ ਕਿਉਂਕਿ ਉੱਥੇ ਤਾਂ ਮੇਰਾ ਪਹਿਲਾਂ ਵਾਲਾ, ਮੇਰਾ ਨਾਮ ਮਣੀ ਹੈ, ਮੇਰੇ ਨਾਲ ਜ਼ਿੰਦਗੀ ਨੇ ਬਹੁਤ ਵੱਡਾ ਮਜ਼ਾਕ ਕੀਤਾ ਕਿ ਮੈਂ ਤੁਹਾਨੂੰ ਕਿਵੇਂ ਦੱਸਾਂ। ਮੈਂ ਇਹੀ ਸੋਚਦੀ ਰਹਿੰਦੀ ਕਿ ਸਭ ਕੁਝ ਠੀਕ ਹੋ ਜਾਵੇਗਾ, ਪਰ ਸਭ ਕੁਝ ਉਸਦੇ ਉਲਟ ਹੀ ਹੁੰਦਾ ਰਿਹਾ ਤੇ ਮੇਰੀ ਜ਼ਿੰਦਗੀ ਬਰਬਾਦ ਹੋ ਗਈ। ਮੈਂ ਬਸ ਵਕਤ ਦੇ ਨਾਲ ਸਮਝੌਤਾ ਕਰ ਲਿਆ ਸੀ ਤੇ ਸਭ ਕੁਝ ਸਵੀਕਾਰ ਕਰ ਲਿਆ ਸੀ। ਕੀ ਮੈਂ ਮਤਲਬੀ ਸੀ? ਮੇਰੀ ਕਹਾਣੀ ਸੁਣ ਕੇ ਤੁਸੀਂ ਵੀ ਸਾਰੇ ਹੈਰਾਨ ਰਹਿ ਜਾਓਗੇ। ਆਖਰ ਤੁਸੀਂ ਇਹ ਫੈਸਲਾ ਕਰਕੇ ਦੱਸਿਓ ਕਿ ਜੋ ਵੀ ਮੈਂ ਕੀਤਾ ਸਹੀ ਕੀਤਾ ਜਾਂ ਗਲਤ। ਮੈਂ 18 ਸਾਲਾਂ ਦੀ ਸੀ ਜਦੋਂ ਮੇਰਾ ਵਿਆਹ ਕਰ ਦਿੱਤਾ ਗਿਆ। ਮੇਰਾ ਰਿਸ਼ਤਾ ਸਾਡੇ ਰਿਸ਼ਤੇਦਾਰੀ ਵਿੱਚੋਂ ਸਾਡੇ ਰਿਸ਼ਤੇਦਾਰ ਨੇ ਹੀ ਕਰਵਾਇਆ ਸੀ। ਉਹ ਲੋਕ ਸਾਡੇ ਪਿੰਡ ਦੇ ਹੀ ਸਨ ਤੇ ਉਹ ਜਦੋਂ ਵੀ ਸਾਡੇ ਘਰ ਆਉਂਦੇ ਤਾਂ ਮੈਨੂੰ ਦੇਖਦੇ ਹੀ ਰਹਿੰਦੇ ਸਨ ਤੇ ਅਸੀਂ ਵਿਆਹ ਸ਼ਾਦੀਆਂ ਵਿੱਚ ਵੀ ਇੱਕ ਦੂਜੇ ਨੂੰ ਮਿਲਦੇ ਸੀ। ਮੇਰਾ ਸਹੁਰਾ ਪਰਿਵਾਰ ਜੁਆਇੰਟ ਫੈਮਿਲੀ ਸੀ ਤੇ 3 ਭਰਾ ਸਨ। ਉਹਨਾਂ ਵਿੱਚੋਂ ਇੱਕ ਵਿਆਹਿਆ ਹੋਇਆ ਸੀ ਤੇ ਬਾਕੀ ਦੋਹਾਂ ਭਰਾਵਾਂ ਦਾ ਇਕੱਠਿਆਂ ਦਾ ਹੀ ਵਿਆਹ ਹੋਣਾ ਸੀ। ਮੇਰੀ ਦਰਾਣੀ ਨੂੰ ਵੀ ਪਸੰਦ ਕਰ ਲਿਆ ਸੀ ਤੇ ਦੋਹਾਂ ਦਰਾਣੀ ਜਠਾਣੀ ਨੇ ਇਕੱਠਿਆਂ ਨੇ ਹੀ ਨਵੀਆਂ ਨੌਹਾਂ ਦੇ ਰੂਪ ਵਿੱਚ ਉਸ ਘਰ ਵਿੱਚ ਜਾਣਾ ਸੀ। ਮੇਰਾ ਪਰਿਵਾਰ ਵੀ ਬਹੁਤ ਵਧੀਆ ਸੀ। ਮੇਰਾ ਪੇਕਾ ਪਰਿਵਾਰ ਵੀ ਵਧੀਆ ਖਾਨਦਾਨੀ ਪਰਿਵਾਰ ਸੀ ਤੇ ਮੈਂ ਆਪਣੇ ਪੇਕੇ ਪਰਿਵਾਰ ਵਿੱਚੋਂ ਇਕਲੌਤੀ ਧੀ ਸੀ। ਮੇਰੀ ਦਰਾਣੀ ਦਾ ਨਾਮ ਕੋਮਲ ਸੀ। ਸਾਡਾ ਦੋਹਾਂ ਦਾ ਵਿਆਹ ਇਕੱਠਿਆਂ ਹੀ ਹੋਇਆ ਸੀ। ਮੇਰੀ ਦਰਾਣੀ ਨੈਣਾਕਸ਼ ਦੇ ਪੱਖੋਂ ਜ਼ਿਆਦਾ ਸੋਹਣੀ ਨਹੀਂ ਸੀ, ਇਸ ਲਈ ਜਦੋਂ ਵੀ ਕੋਈ ਰਿਸ਼ਤੇਦਾਰ ਜਾਂ ਆਂਢ ਗੁਆਂਢ ਵਿੱਚੋਂ ਆਉਂਦਾ ਤਾਂ ਸਾਰੇ ਮੇਰੀ ਹੀ ਤਾਰੀਫ ਕਰਦੇ ਸਨ ਕਿ ਤੂੰ ਆਪਣੀ ਦਰਾਣੀ ਨਾਲੋਂ ਜ਼ਿਆਦਾ ਸੋਹਣੀ ਸੁਨੱਖੀ ਹੈ। ਪਰ ਮੇਰਾ ਪਤੀ ਗੁਰਜੀਤ ਜ਼ਿਆਦਾ ਸੋਹਣਾ ਸੁਨੱਖਾ ਨਹੀਂ ਸੀ। ਵਿਆਹ ਵਾਲੇ ਦਿਨ ਸਾਰਿਆਂ ਨੇ ਹੀ ਮੇਰੀ ਰੱਜ ਕੇ ਤਾਰੀਫ ਕੀਤੀ, ਪਰ ਮੇਰੀ ਦਰਾਣੀ ਚੁੱਪਚਾਪ ਸਭ ਕੁਝ ਦੇਖ ਰਹੀ ਸੀ। ਮੈਨੂੰ ਵੀ ਪਤਾ ਸੀ ਕਿ ਮੇਰੀ ਦਰਾਣੀ ਨਾਲ ਇਹ ਸਭ ਕੁਝ ਠੀਕ ਨਹੀਂ ਹੋ ਰਿਹਾ ਕਿਉਂਕਿ ਸਾਰੇ ਮੇਰੇ ਨਾਲ ਹੀ ਜ਼ਿਆਦਾ ਗੱਲਾਂ ਕਰਕੇ ਖੁਸ਼ ਸਨ ਤੇ ਉਹ ਵਿਚਾਰੀ ਮਾਸੂਮ ਜਿਹੀ ਉਦਾਸ ਬੈਠੀ ਹੋਈ ਸੀ। ਸਿਆਣੇ ਸੱਚ ਹੀ ਕਹਿੰਦੇ ਆ ਕਿ 2 ਕੁੜੀਆਂ ਦਾ ਵਿਆਹ ਇਕੱਠਾ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਇਹ ਵਿਤਕਰਾ ਆਮ ਦੇਖਣ ਨੂੰ ਹੀ ਮਿਲਦਾ ਹੈ। ਪਰ ਮੇਰੇ ਸਹੁਰੇ ਪਰਿਵਾਰ ਵਾਲੇ ਆਪਣੀ ਬੱਚਤ ਦੀ ਖਾਤਰ ਉਹਨਾਂ ਨੇ ਆਪਣੇ ਦੋਹਾਂ ਪੁੱਤਾਂ ਦਾ ਵਿਆਹ ਇਕੱਠੇ ਕਰਨ ਦਾ ਫੈਸਲਾ ਕਰਿਆ ਸੀ। ਸਾਡੇ ਪਰਿਵਾਰ ਵਾਲਿਆਂ ਨੂੰ ਪੈਸਿਆਂ ਦੀ ਕੋਈ ਦਿੱਕਤ ਨਹੀਂ ਸੀ, ਪਰ ਉਹਨਾਂ ਦੀ ਹੀ ਇਹੀ ਮਰਜ਼ੀ ਸੀ ਕਿ ਅਸੀਂ ਵਿਆਹ ਇਕੱਠੇ ਇੱਕ ਦਿਨ ਹੀ ਕਰਾਂਗੇ ਕਿਉਂਕਿ ਉਹ ਪੈਸੇ ਬਚਾਉਣਾ ਚਾਹੁੰਦੇ ਸਨ। ਸਾਡਾ ਵਿਆਹ ਹੋ ਗਿਆ। ਮੈਂ ਤੇ ਮੇਰੀ ਦਰਾਣੀ ਨੇ ਅਸੀਂ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਲਈ। ਵੈਸੇ ਤਾਂ ਮੇਰਾ ਸਹੁਰਾ ਪਰਿਵਾਰ ਇਕੱਠੇ ਹੀ ਰਹਿੰਦੇ ਸਨ, ਪਰ ਸਾਰਿਆਂ ਦੇ ਚੁੱਲ੍ਹੇ ਅਲੱਗ-ਅਲੱਗ ਸਨ। ਸਾਰੇ ਆਪੋ ਆਪਣਾ ਰੋਟੀ ਟੁੱਕ ਕਰਦੇ ਸਨ। ਇਹ ਗੱਲ ਮੈਨੂੰ ਵੀ ਵਧੀਆ ਲੱਗੀ ਕਿ ਕਿਸੇ ਦੀ ਕੋਈ ਰੋਕ ਟੋਕ ਨਹੀਂ। ਸਾਡੀ ਜ਼ਿੰਦਗੀ ਵਧੀਆ ਸਕੂਨ ਨਾਲ ਲੰਘ ਰਹੀ ਸੀ ਤੇ ਘਰ ਵਿੱਚ ਕੋਈ ਵੀ ਸਮੱਸਿਆ ਨਹੀਂ ਸੀ। ਮੇਰਾ ਪਤੀ ਵੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਤੇ ਮੇਰੀ ਹਰ ਗੱਲ ਮੰਨਦੇ ਸੀ ਤੇ ਅਸੀਂ ਦੋਵੇਂ ਬਹੁਤ ਖੁਸ਼ ਸੀ। ਪਰ ਉਧਰ ਦੂਜੇ ਪਾਸੇ ਮੇਰੀ ਦਰਾਣੀ ਦੇ ਕਮਰੇ ਵਿੱਚੋਂ ਹਮੇਸ਼ਾ ਹੀ ਲੜਾਈ ਝਗੜੇ ਦੀਆਂ ਹੀ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਸਨ। ਪਹਿਲਾਂ ਤਾਂ ਮੈਨੂੰ ਲੱਗਿਆ ਕਿ ਇਹ ਕੋਈ ਖਾਸ ਗੱਲ ਨਹੀਂ, ਅਕਸਰ ਪਤੀ ਪਤਨੀ ਵਿੱਚ ਨੋਕ ਝੋਕ ਹੁੰਦੀ ਹੀ ਰਹਿੰਦੀ ਹੈ, ਪਰ ਉਹਨਾਂ ਦੀ ਲੜਾਈ ਦਿਨ ਬ ਦਿਨ ਵੱਧਦੀ ਹੀ ਜਾ ਰਹੀ ਸੀ। ਮੇਰਾ ਦਿਓਰ ਵੀ ਆਪਣੀ ਪਤਨੀ ਦੇ ਨਾਲ ਉੱਚੀ ਲੜਦਾ ਝਗੜਦਾ ਰਹਿੰਦਾ ਸੀ। ਇੱਕ ਦਿਨ ਮੈਂ ਆਪਣੇ ਪਤੀ ਨਾਲ ਉਹਨਾਂ ਦੀ ਲੜਾਈ ਝਗੜੇ ਬਾਰੇ ਗੱਲ ਕਰੀ
ਤਾਂ ਉਹ ਕਹਿਣ ਲੱਗੇ ਕਿ ਇਹ ਉਹਨਾਂ ਦੀ ਜ਼ਿੰਦਗੀ ਹੈ, ਆਪਾਂ ਨੂੰ ਉਹਨਾਂ ਵਿੱਚ ਜ਼ਿਆਦਾ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਇੱਕ ਦਿਨ ਮੈਂ ਆਪਣੇ ਦਿਓਰ ਦੇ ਕਮਰੇ ਦੇ ਸਾਹਮਣੇ ਲੰਘ ਰਹੀ ਸੀ ਤਾਂ ਅਚਾਨਕ ਹੀ ਮੇਰੇ ਪੈਰ ਰੁਕ ਗਏ, ਜਦੋਂ ਕਿ ਮੇਰੇ ਦਿਓਰ ਦੇ ਮੂੰਹ ਵਿੱਚੋਂ ਮੇਰਾ ਨਾਮ ਤੇ ਮੇਰੇ ਬਾਰੇ ਹੀ ਗੱਲ ਹੋ ਰਹੀ ਸੀ। ਮੈਨੂੰ ਸਮਝ ਨਾ ਲੱਗੀ ਕਿ ਮੇਰਾ ਦਿਓਰ ਮੇਰਾ ਨਾਂ ਲੈ ਕੇ ਆਪਣੀ ਘਰਵਾਲੀ ਨਾਲ ਕਿਉਂ ਲੜ ਰਿਹਾ ਹੈ। ਮੈਂ ਆਪਣੇ ਦਿਮਾਗ ਵਿੱਚ ਸੋਚਣ ਲੱਗੀ ਕਿ ਕਿਤੇ ਮੇਰੇ ਤੋਂ ਤਾਂ ਨਹੀਂ ਕੋਈ ਗਲਤੀ ਹੋ ਗਈ, ਪਰ ਮੈਂ ਤਾਂ ਉਸ ਨੂੰ ਕਦੇ ਵੀ ਕੁਝ ਨਹੀਂ ਸੀ ਕਿਹਾ। ਮੈਂ ਉਹਨਾਂ ਦੀ ਗੱਲ ਵਿੱਚ ਜ਼ਿਆਦਾ ਦਖਲਅੰਦਾਜ਼ੀ ਨਹੀਂ ਸੀ ਕਰਨਾ ਚਾਹੁੰਦੀ, ਕਿਉਂਕਿ ਮੇਰੇ ਪਤੀ ਨੇ ਮੈਨੂੰ ਰੋਕਿਆ ਸੀ ਕਿ ਤੂੰ ਉਹਨਾਂ ਦੇ ਮਸਲੇ ਵਿੱਚ ਤੈਨੂੰ ਪੈਣ ਦੀ ਕੋਈ ਲੋੜ ਨਹੀਂ। ਇਸ ਲਈ ਮੈਂ ਉਹਨਾਂ ਨੂੰ ਉਸੇ ਤਰ੍ਹਾਂ ਲੜਦੇ ਝਗੜਦੇ ਦੇਖ ਕੇ ਅਣਦੇਖਾ ਕਰ ਦਿੱਤਾ ਤੇ ਮੈਂ ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਕੇ ਆਪਣਾ ਕੰਮ ਕਰਨ ਲੱਗ ਪਈ। ਫਿਰ ਇੱਕ ਦਿਨ ਮੇਰਾ ਦਿਓਰ ਮੇਰੇ ਕੋਲ ਆਇਆ ਤੇ ਮੈਨੂੰ ਕਹਿਣ ਲੱਗਿਆ ਕਿ ਭਾਬੀ, ਤੂੰ ਮੇਰੀ ਪਤਨੀ ਨੂੰ ਵੀ ਕੁਝ ਸਿਖਾ ਦੇ, ਇਹ ਵੀ ਤੇਰੇ ਵਾਂਗ ਸੱਜ ਧੱਜ ਕੇ ਰਿਹਾ ਕਰੇ। ਤਾਂ ਮੈਂ ਆਪਣੇ ਦਿਓਰ ਦੀ ਗੱਲ ਸੁਣ ਕੇ ਉਸਨੂੰ ਕਿਹਾ ਕਿ ਦੇਖ, ਤੇਰੀ ਘਰ ਵਾਲੀ ਤਾਂ ਪਹਿਲਾਂ ਹੀ ਇੰਨੀ ਸੋਹਣੀ ਹੈ, ਉਹਨੂੰ ਸੱਜਣ ਧੱਜਣ ਦੀ ਕੀ ਲੋੜ ਹੈ। ਉਹ ਬਹੁਤ ਜ਼ਿਆਦਾ ਸੋਹਣੀ ਸੁਨੱਖੀ ਹੈ, ਬੰਦਾ ਦਿਲ ਦਾ ਸੋਹਣਾ ਹੋਣਾ ਚਾਹੀਦਾ। ਤਾਂ ਮੇਰਾ ਦਿਓਰ ਅੱਗੋਂ ਕਹਿਣ ਲੱਗਿਆ ਕਿ ਭਾਬੀ, ਮੈਨੂੰ ਪਤਾ ਸਾਰੇ ਹੀ ਤੇਰੀ ਤਾਰੀਫ ਕਰਦੇ ਨੇ, ਮੇਰੀ ਪਤਨੀ ਇੰਨੀ ਜ਼ਿਆਦਾ ਸੋਹਣੀ ਨਹੀਂ, ਮੈਨੂੰ ਇਸੇ ਗੱਲ ਦੀ ਹੀ ਕਮੀ ਮਹਿਸੂਸ ਹੁੰਦੀ ਰਹਿੰਦੀ ਆ। ਇਸ ਕਰਕੇ ਮੇਰੀ ਤੇ ਮੇਰੀ ਪਤਨੀ ਦੀ ਹਰ ਵੇਲੇ ਲੜਾਈ ਰਹਿੰਦੀ ਹੈ। ਉਹ ਆਪਣੇ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੀ, ਤੁਸੀਂ ਸਾਰੇ ਉਸ ਦਾ ਦਿਲ ਰੱਖਣ ਦੀ ਖਾਤਰ ਹੀ ਉਸ ਦੀ ਤਾਰੀਫ ਕਰਦੇ ਹੋ, ਇਸ ਕਰਕੇ ਉਹ ਜ਼ਿਆਦਾ ਆਪਣੀ ਸਿਹਤ ਦਾ ਕੋਈ ਜ਼ਿਆਦਾ ਧਿਆਨ ਨਹੀਂ ਦਿੰਦੀ। ਇੰਨਾ ਕਹਿ ਕੇ ਮੇਰਾ ਦਿਓਰ ਆਪਣੇ ਕੰਮ ਲਈ ਬਾਹਰ ਚਲਾ ਗਿਆ। ਇਵੇਂ ਹੀ ਦਿਨ ਲੰਘਦੇ ਗਏ। ਫਿਰ ਇੱਕ ਦਿਨ ਮੇਰਾ ਪਤੀ ਕੰਮ ਤੇ ਆਈ ਹੀ ਸੀ ਤਾਂ ਮੇਰਾ ਦਿਲ ਬਹੁਤ ਘਬਰਾ ਰਿਹਾ ਸੀ। ਮੇਰਾ ਅੱਜ ਮੂਡ ਵੀ ਠੀਕ ਨਹੀਂ ਸੀ, ਪਤਾ ਨਹੀਂ ਅੱਜ ਕੀ ਗੱਲ ਹੈ। ਮੇਰਾ ਅੱਜ ਸਵੇਰ ਤੋਂ ਹੀ ਜ਼ਿਆਦਾ ਦਿਲ ਘਬਰਾ ਰਿਹਾ ਸੀ। ਪਰ ਉਸ ਦਿਨ ਮੇਰੀ ਤਾਂ ਦੁਨੀਆ ਹੀ ਉੱਜੜ ਗਈ। ਅਚਾਨਕ ਹੀ ਮੈਨੂੰ ਖਬਰ ਮਿਲੀ ਕਿ ਮੇਰੇ ਪਤੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮੇਰਾ ਪਤੀ ਤੇ ਮੇਰਾ ਦਿਓਰ ਦੋਵੇਂ ਮੋਟਰਸਾਈਕਲ ਤੇ ਕਿਸੇ ਕੰਮ ਲਈ ਬਾਹਰ ਜਾ ਰਹੇ ਸਨ ਤੇ ਉਹਨਾਂ ਦੇ ਮੋਟਰਸਾਈਕਲ ਦਾ ਟਰੱਕ ਨਾਲ ਐਕਸੀਡੈਂਟ ਹੋ ਗਿਆ ਤੇ ਮੇਰੇ ਪਤੀ ਦੀ ਥਾਂ ਤੇ ਹੀ ਮੌਤ ਹੋ ਗਈ। ਪਰ ਮੇਰੇ ਦਿਓਰ ਨੂੰ ਥੋੜੀਆਂ ਬਹੁਤੀਆਂ ਸੱਟਾਂ ਲੱਗੀਆਂ ਤੇ ਉਸਦੀ ਜਾਨ ਬਚ ਗਈ। ਮੇਰੀ ਤਾਂ ਦੁਨੀਆ ਹੀ ਉੱਜੜ ਗਈ। ਮੈਨੂੰ ਤਾਂ ਕੋਈ ਸੁਰਤ ਵੀ ਨਾ ਰਹੀ। ਹਜੇ ਮੇਰੇ ਵਿਆਹ ਨੂੰ 1 ਸਾਲ ਹੀ ਹੋਇਆ ਸੀ ਤੇ ਮੈਂ ਵਿਧਵਾ ਹੋ ਗਈ। ਪਤੀ ਦੀ ਮੌਤ ਤੋਂ ਬਾਅਦ ਵੀ ਮੈਂ ਆਪਣੇ ਸਹੁਰੇ ਘਰ ਵਿੱਚ ਹੀ ਰਹਿੰਦੀ ਸੀ, ਪਰ ਮੇਰੀ ਜ਼ਿੰਦਗੀ ਹੁਣ ਬੇਰੰਗੀ ਤੇ ਉਦਾਸ ਹੋ ਗਈ ਸੀ। ਸਾਰੇ ਮੇਰੇ ਵੱਲ ਦੇਖ ਕੇ ਇਹੀ ਕਹਿੰਦੇ ਸਨ ਕਿ ਇਸ ਕੁੜੀ ਦੀ ਤਾਂ ਹੁਣ ਜ਼ਿੰਦਗੀ ਬਰਬਾਦ ਹੋ ਗਈ ਤੇ ਹੁਣ ਇਸ ਦੇ ਨਾਲ ਵਿਆਹ ਕੌਣ ਕਰੇਗਾ। ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਕਿ ਅੱਜ ਕੱਲ੍ਹ ਤਾਂ ਕੁਆਰੀਆਂ ਕੁੜੀਆਂ ਨੂੰ ਹੀ ਮਸਾਂ ਰਿਸ਼ਤੇ ਮਿਲਦੇ ਹਨ ਤੇ ਇਹ ਤਾਂ ਫਿਰ ਵੀ ਵਿਆਹੀ ਹੋਈ ਹੈ। ਮੇਰੀ ਦਰਾਣੀ ਵੀ ਮੇਰੀ ਹਾਲਤ ਨੂੰ ਦੇਖ ਕੇ ਬਹੁਤ ਜ਼ਿਆਦਾ ਉਦਾਸ ਸੀ। ਉਹ ਮੈਨੂੰ ਵਾਰ-ਵਾਰ ਸਮਝਾ ਰਹੀ ਸੀ, ਪਰ ਮੈਂ ਆਪਣੇ ਦਿਲ ਦਾ ਸਾਰਾ ਗੁੱਸਾ ਉਸ ਦੇ ਉੱਪਰ ਹੀ ਕੱਢ ਦਿੱਤਾ। ਮੇਰੀ ਦਰਾਣੀ ਮੈਨੂੰ ਹੌਸਲਾ ਦੇ ਰਹੀ ਸੀ, ਪਰ ਮੇਰੇ ਤੋਂ ਗੁੱਸੇ ਵਿੱਚ ਉਸ ਨੂੰ ਕੁਝ ਅਜਿਹਾ ਕਿਹਾ ਗਿਆ ਕਿ ਉਸ ਦਾ ਵੀ ਮਨ ਬਹੁਤ ਦੁਖੀ ਹੋਇਆ। ਮੈਂ ਉਸ ਨੂੰ ਗੁੱਸੇ ਵਿੱਚ ਕਿਹਾ ਕਿ ਮੇਰਾ ਪਤੀ ਵੀ ਤੇਰੇ ਪਤੀ ਦੇ ਨਾਲ ਹੀ ਸੀ, ਪਰ ਜਦੋਂ ਆਪਣੇ ਆਪ ਤੇ ਬੀਤਦੀ ਹੈ ਤਾਂ ਉਹੀ ਜਾਣਦਾ ਹੈ ਕਿ ਦੁੱਖ ਕੀ ਹੁੰਦਾ ਹੈ। ਜੇ ਅੱਜ ਤੂੰ ਮੇਰੀ ਜਗ੍ਹਾ ਹੁੰਦੀ ਤਾਂ ਤੂੰ ਕੀ ਕਰਦੀ। ਤੇਰਾ ਪਤੀ ਤਾਂ ਸਹੀ ਸਲਾਮਤ ਹੈ, ਪਰ ਮੇਰੀ ਤਾਂ ਦੁਨੀਆ ਹੀ ਉੱਜੜ ਗਈ। ਮੇਰੇ ਦਿਓਰ ਨੇ ਮੇਰੀ ਤੇ ਮੇਰੀ ਦਰਾਣੀ ਦੀ ਇਹ ਗੱਲ ਸੁਣ ਲਈ, ਪਰ ਉਸ ਨੇ ਸਾਡੀ ਕਿਸੇ ਵੀ ਗੱਲ ਦਾ ਕੋਈ ਜਵਾਬ ਨਾ ਦਿੱਤਾ। ਮੈਂ ਆਪਣੇ ਪਤੀ ਦੀ ਮੌਤ ਤੋਂ ਬਾਅਦ ਇਹ ਫੈਸਲਾ ਕਰਿਆ ਕਿ ਮੈਂ ਆਪਣੇ ਸਹੁਰੇ ਘਰ ਵਿੱਚ ਹੀ ਰਹਾਂਗੀ। ਮੇਰੇ ਪੇਕੇ ਵਾਲਿਆਂ ਨੇ ਵੀ ਮੇਰੀਆਂ ਬਹੁਤ ਮਿੰਨਤਾਂ ਕਰੀਆਂ, ਪਰ ਮੈਂ ਕਿਹਾ ਕਿ ਮੈਂ ਇੱਥੇ ਹੀ ਰਹਾਂਗੀ ਤੇ ਮੈਂ ਨਾ ਹੀ ਦੂਜਾ ਵਿਆਹ ਕਰਾਂਗੀ। ਮੇਰੇ ਪਤੀ ਦੀ ਮੌਤ ਨੂੰ 6 ਮਹੀਨੇ ਹੋ ਗਏ ਸਨ। 6 ਮਹੀਨਿਆਂ ਤੋਂ ਬਾਅਦ ਮੇਰੀ ਦਰਾਣੀ ਨੇ ਮੇਰੀ ਸੱਸ ਨੂੰ ਇੱਕ ਅਜਿਹੀ ਗੱਲ ਕਹੀ ਜਿਸ ਤੇ ਸਾਰੇ ਘਰ ਵਾਲੇ ਹੀ ਰਾਜੀ ਹੋ ਗਏ। ਮੇਰੀ ਦਰਾਣੀ ਨੇ ਕਿਹਾ ਕਿ ਮੈਂ ਇਸ ਨੂੰ ਆਪਣੀ ਸੌਕਣ ਬਣਾ ਕੇ ਆਪਣੇ ਪਤੀ ਨਾਲ ਇਸ ਦਾ ਵਿਆਹ ਕਰਾਂਗੀ। ਉਹ ਚਾਹੁੰਦੀ ਸੀ ਕਿ ਮੈਂ ਉਸਦੇ ਪਤੀ ਅਮਰ ਦੇ ਨਾਲ ਵਿਆਹ ਕਰ ਲਵਾਂ। ਅਮਰ ਵੀ ਇਸ ਗੱਲ ਦੇ ਲਈ ਰਾਜੀ ਸੀ, ਸਾਰੇ ਘਰ ਵਾਲਿਆਂ ਦੀ ਸਹਿਮਤੀ ਸੀ। ਤਾਂ ਮੇਰੇ ਦਿਓਰ ਅਮਰ ਨੇ ਕਿਹਾ ਕਿ ਮੈਂ ਹੀ ਮੋਟਰਸਾਈਕਲ ਚਲਾ ਰਿਹਾ ਸੀ ਤੇ ਮੇਰਾ ਭਰਾ ਗੁਰਜੀਤ ਮੇਰੇ ਪਿੱਛੇ ਬੈਠਾ ਸੀ ਤੇ ਮੈਂ ਉਸਦੀ ਮੌਤ ਦਾ ਖੁਦ ਜ਼ਿੰਮੇਵਾਰ ਹਾਂ। ਉਹ ਤਾਂ ਮੇਰੇ ਹਿੱਸੇ ਦੀ ਮੌਤ ਲੈ ਕੇ ਆਪ ਮਰ ਗਏ, ਇਸ ਲਈ ਮੈਂ ਉਹਨਾਂ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਆਪ ਨਿਭਾਵਾਂਗਾ।
ਸਾਰੇ ਘਰ ਵਾਲੇ ਇਸ ਗੱਲ ਤੇ ਰਾਜੀ ਸਨ ਕਿ ਮੈਂ ਅਮਰ ਦੇ ਨਾਲ ਆਪਣੀ ਜ਼ਿੰਦਗੀ ਕੱਟਾਂ। ਤੇ ਮੇਰੀ ਸੱਸ ਕਹਿਣ ਲੱਗੀ ਕਿ ਹੁਣ ਤੂੰ ਹੀ ਮੇਰੇ ਪੁੱਤ ਦੀ ਆਖਰੀ ਨਿਸ਼ਾਨੀ ਹੈ ਤੇ ਉਹ ਤੈਨੂੰ ਪੂਰੇ ਚਾਵਾਂ ਲਾਡਾਂ ਨਾਲ ਇਸ ਘਰ ਵਿੱਚ ਵਿਆਹ ਕੇ ਲਿਆਇਆ ਸੀ। ਅਸੀਂ ਤੈਨੂੰ ਇਸ ਘਰ ਵਿੱਚੋਂ ਧੱਕਾ ਨਹੀਂ ਦੇ ਸਕਦੇ। ਤੂੰ ਇਸੇ ਘਰ ਵਿੱਚ ਸਾਡੇ ਨਾਲ ਸਾਡੀਆਂ ਅੱਖਾਂ ਦੇ ਸਾਹਮਣੇ ਰਹਿ ਤਾਂ ਸਾਨੂੰ ਵੀ ਵਧੀਆ ਲੱਗੇਗਾ। ਮੇਰੇ ਮਾਂ ਪਿਓ ਨੂੰ ਵੀ ਮੇਰੇ ਸਹੁਰੇ ਘਰ ਵਾਲਿਆਂ ਨੇ ਬੁਲਾ ਲਿਆ ਸੀ। ਮੇਰੇ ਮਾਂ ਪਿਓ ਵੀ ਇਸ ਗੱਲ ਤੇ ਰਾਜੀ ਸਨ। ਉਹ ਕਹਿਣ ਲੱਗੇ ਕਿ ਜੇ ਅਮਰ ਇਸ ਗੱਲ ਲਈ ਤਿਆਰ ਹੈ ਤਾਂ ਸਾਨੂੰ ਕੋਈ ਪਰੇਸ਼ਾਨੀ ਨਹੀਂ। ਮੇਰੀ ਦਰਾਣੀ ਵੀ ਤਿਆਰ ਸੀ। ਮੇਰੀ ਦਰਾਣੀ ਨੇ ਮੇਰੇ ਹੱਥ ਦੇ ਉੱਪਰ ਹੱਥ ਰੱਖ ਕੇ ਕਿਹਾ ਕਿ ਦੇਖ, ਮੈਨੂੰ ਵੀ ਪਤਾ ਕਿ ਕਿਸੇ ਦਾ ਦੁੱਖ ਸਮਝਣਾ ਬਹੁਤ ਔਖਾ ਹੈ, ਪਰ ਕਿਸੇ ਦੇ ਦੁੱਖ ਨੂੰ ਵੰਡਾਉਣਾ ਫਿਰ ਵੀ ਸੌਖਾ ਹੈ। ਇਸ ਕਰਕੇ ਮੈਂ ਆਪਣੇ ਪਤੀ ਨੂੰ ਤੇਰੇ ਨਾਲ ਵੰਡਣਾ ਚਾਹੁੰਦੀ ਹਾਂ। ਮੈਂ ਇਸ ਫੈਸਲੇ ਲਈ ਤਿਆਰ ਨਹੀਂ ਸੀ। ਮੈਂ ਇਸ ਵਿਆਹ ਦੇ ਖਿਲਾਫ ਸੀ, ਪਰ ਸਾਰੇ ਮੈਨੂੰ ਹੀ ਸਮਝਾਉਣ ਲੱਗੇ। ਉਧਰ ਸਾਰੇ ਰਿਸ਼ਤੇਦਾਰ ਤੇ ਸਾਡੇ ਘਰ ਵਾਲੇ ਮੇਰੇ ਦਿਓਰ ਦੇ ਇਸ ਫੈਸਲੇ ਤੇ ਉਸ ਨੂੰ ਸ਼ਾਬਾਸ਼ੇ ਦੇ ਰਹੇ ਸਨ ਤੇ ਕਿ ਤੂੰ ਬਹੁਤ ਵਧੀਆ ਫੈਸਲਾ ਲਿਆ ਹੈ। ਉਧਰ ਮੇਰੀ ਦਰਾਣੀ ਨੂੰ ਵੀ ਲੋਕ ਸਲਾਹ ਰਹੇ ਸਨ ਕਿ ਉਸਨੇ ਐਡਾ ਵੱਡਾ ਦਿਲ ਕੱਢਿਆ ਜੋ ਆਪਣੇ ਪਤੀ ਦਾ ਆਪਣੇ ਹੱਥੀਂ ਦੂਜਾ ਵਿਆਹ ਕਰ ਰਹੀ ਹੈ। ਨਹੀਂ ਤਾਂ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਇਸ ਗੱਲ ਲਈ ਬਿਲਕੁਲ ਵੀ ਤਿਆਰ ਨਹੀਂ ਹੁੰਦੀਆਂ। ਮੇਰੇ ਤੇ ਵੀ ਪੂਰਾ ਜ਼ੋਰ ਪਾਇਆ ਗਿਆ ਤੇ ਸਾਰਿਆਂ ਨੇ ਮੈਨੂੰ ਇਹੀ ਸਮਝਾਇਆ ਕਿ ਤੇਰੀ ਇਸ ਗੱਲ ਵਿੱਚ ਹੀ ਭਲਾਈ ਹੈ। ਤੇਰੇ ਸਾਹਮਣੇ ਪਹਾੜ ਜਿੱਡੀ ਜ਼ਿੰਦਗੀ ਪਈ ਹੈ ਤੇ ਤੂੰ ਇਕੱਲੀ ਕਿਵੇਂ ਕੱਟੇਂਗੀ। ਜੇ ਤੇਰੇ ਕੋਈ ਬੱਚਾ ਹੁੰਦਾ ਤਾਂ ਤੂੰ ਉਸਦੇ ਸਹਾਰੇ ਤੇ ਹੀ ਜ਼ਿੰਦਗੀ ਜਿਉ ਲੈਂਦੀ, ਪਰ ਹੁਣ ਤਾਂ ਤੇਰਾ ਬਹੁਤ ਜ਼ਿਆਦਾ ਮੁਸ਼ਕਲ ਹੈ। ਉਧਰ ਮੇਰੇ ਮਾਂ ਪਿਓ ਨੇ ਵੀ ਮੈਨੂੰ ਇਹੀ ਸਮਝਾਇਆ ਕਿ ਇਸ ਫੈਸਲੇ ਵਿੱਚ ਹੀ ਤੇਰੀ ਭਲਾਈ ਹੈ। ਫਿਰ ਮੈਂ ਵੀ ਸਾਰਿਆਂ ਦੇ ਸਾਹਮਣੇ ਝੁਕ ਗਈ ਤੇ ਹਾਂ ਕਰ ਦਿੱਤੀ। ਪਰ ਮੇਰਾ ਦਿਓਰ ਮੇਰਾ ਪਤੀ ਬਣ ਗਿਆ ਤੇ ਸਾਡਾ ਵਿਆਹ ਹੋ ਗਿਆ। ਦਿਓਰ ਦੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਮੈਂ ਆਪਣੇ ਹੀ ਕਮਰੇ ਵਿੱਚ ਰਹਿੰਦੀ ਸੀ, ਜਿਸ ਕਮਰੇ ਵਿੱਚ ਪਹਿਲਾਂ ਮੈਂ ਆਪਣੇ ਪਤੀ ਨਾਲ ਰਹਿੰਦੀ ਸੀ। ਮੇਰੇ ਵਿਆਹ ਨੂੰ 1 ਹਫ਼ਤਾ ਹੋ ਗਿਆ ਸੀ ਤਾਂ ਮੇਰਾ ਪਤੀ ਜਾਣੀ ਕਿ ਮੇਰਾ ਦਿਓਰ ਮੇਰੇ ਕਮਰੇ ਵਿੱਚ ਆਇਆ ਤੇ ਨਾਲ ਹੀ ਮੇਰੀ ਦਰਾਣੀ। ਜਦੋਂ ਕਮਰੇ ਵਿੱਚ ਆਈ ਤਾਂ ਮੇਰੇ ਸਾਹਮਣੇ ਇੱਕ ਪਲੇਟ ਰੱਖ ਦਿੱਤੀ ਤੇ ਮੈਂ ਪਲੇਟ ਦੇਖ ਕੇ ਹੈਰਾਨ ਰਹਿ ਗਈ ਕਿ ਉਹ ਮੇਰੇ ਲਈ ਕੀ ਲੈ ਕੇ ਆਈ ਹੈ। ਜਦੋਂ ਮੈਂ ਦੇਖਿਆ ਤਾਂ ਪਲੇਟ ਵਿੱਚ ਇੱਕ ਪਰੌਂਠਾ ਤੇ 2 ਆਮਲੇਟ ਸਨ, ਪਰ ਮੈਂ ਇਹ ਸਭ ਕੁਝ ਰਾਤ ਨੂੰ ਨਹੀਂ ਸੀ ਖਾਂਦੀ। ਮੈਂ ਕਿਹਾ ਕਿ ਇਹ ਸਭ ਕੁਝ ਤੁਸੀਂ ਮੇਰੇ ਲਈ ਕਿਉਂ ਲੈ ਕੇ ਆਏ ਹੋ, ਮੈਂ ਤਾਂ ਰਾਤ ਨੂੰ ਕਦੇ ਖਾਣਾ ਨਹੀਂ ਖਾਧਾ। ਤਾਂ ਮੇਰੀ ਦਰਾਣੀ ਮੈਨੂੰ ਸਮਝਾਉਣ ਲੱਗੀ ਕਿ ਹੁਣ ਤੈਨੂੰ ਇਹ ਸਭ ਕੁਝ ਖਾਣਾ ਹੀ ਪਵੇਗਾ, ਫਿਰ ਹੀ ਤੇਰੀ ਸਿਹਤ ਤੰਦਰੁਸਤ ਰਹੇਗੀ ਤੇ ਜਲਦੀ ਹੀ ਪ੍ਰਮਾਤਮਾ ਤੇਰੀ ਝੋਲੀ ਭਰ ਦੇਵੇਗਾ। ਜਦੋਂ ਉਸਨੇ ਇਸ ਤਰ੍ਹਾਂ ਕਿਹਾ ਤਾਂ ਮੈਂ ਉਸਨੂੰ ਗੁੱਸੇ ਨਾਲ ਕਿਹਾ ਕਿ ਤੈਨੂੰ ਮੇਰੇ ਬੱਚਿਆਂ ਦਾ ਕਿਉਂ ਫਿਕਰ ਹੈ, ਤੂੰ ਆਪਣੇ ਬੱਚਿਆਂ ਬਾਰੇ ਸੋਚ, ਤੈਨੂੰ ਮੇਰੀ ਫਿਕਰ ਕਰਨ ਦੀ ਕੋਈ ਲੋੜ ਨਹੀਂ। ਤਾਂ ਉਹ ਕਹਿਣ ਲੱਗੀ ਕਿ ਮੈਂ ਤਾਂ ਚਾਹੁੰਦੀ ਹਾਂ ਕਿ ਮੇਰੇ ਬੱਚੇ ਦੇ ਨਾਲ ਹੀ ਤੇਰਾ ਬੱਚਾ ਵੀ ਪੈਦਾ ਹੋਵੇ, ਇਹ ਮੈਨੂੰ ਵੀ ਵਧੀਆ ਲੱਗੇਗਾ ਤੇ ਪ੍ਰਮਾਤਮਾ ਕਰੇ ਆਪਣੀ ਦੋਹਾਂ ਦੀ ਕੁੱਖ ਇਕੱਠੇ ਹੀ ਹਰੀ ਹੋਵੇ। ਜਦੋਂ ਉਸਨੇ ਇਹ ਕਿਹਾ ਤਾਂ ਮੈਂ ਆਪਣੇ ਮਨ ਵਿੱਚ ਸੋਚਣ ਲੱਗੀ ਕਿ ਕਾਸ਼ ਮੇਰੇ ਪਤੀ ਦਾ ਹੀ ਬੱਚਾ ਮੇਰੀ ਕੁੱਖ ਵਿੱਚ ਪੈਦਾ ਹੁੰਦਾ ਤਾਂ ਉਹਨਾਂ ਦੀ ਕੋਈ ਨਾ ਕੋਈ ਤਾਂ ਨਿਸ਼ਾਨੀ ਮੇਰੇ ਕੋਲ ਰਹਿ ਜਾਂਦੀ। ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰਾ ਪਤੀ ਮੈਨੂੰ ਬੱਚਾ ਨਹੀਂ ਸੀ ਦੇ ਸਕਦਾ, ਮੈਂ ਸਾਰੀ ਉਮਰ ਬਾਂਝ ਹੀ ਰਹਿਣਾ ਸੀ। ਪਰ ਮੇਰਾ ਪਤੀ ਹੁਣ ਇਸ ਦੁਨੀਆ ਵਿੱਚ ਨਹੀਂ ਸੀ, ਕਿਉਂਕਿ ਉਸ ਦੇ ਵਿੱਚ ਵੀ ਅੰਦਰੂਨੀ ਕਮੀ, ਮੇਰੇ ਪਤੀ ਦੀ ਅੰਦਰੂਨੀ ਕਮੀ ਦਾ ਮੇਰੇ ਦਿਓਰ ਨੂੰ ਵੀ ਪਤਾ ਸੀ। ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਸੀ ਆ ਰਹੀ ਕਿ ਉਹ ਮੇਰੀ ਇੰਨੀ ਸੇਵਾ ਕਿਉਂ ਕਰ ਰਹੀ ਸੀ। ਆਪਣਾ ਪਤੀ ਕਿਸੇ ਦੇ ਹਵਾਲੇ ਕਰਨਾ ਕੋਈ ਸੌਖਾ ਕੰਮ ਨਹੀਂ ਹੁੰਦਾ। ਮੈਂ ਹਮੇਸ਼ਾ ਹੀ ਉਸ ਦੇ ਨਾਲ ਗੁੱਸੇ ਵਿੱਚ ਗੱਲ ਕਰਦੀ ਸੀ, ਪਰ ਪਹਿਲਾਂ ਇਸ ਤਰ੍ਹਾਂ ਮੈਂ ਕਦੇ ਵੀ ਆਪਣੀ ਦਰਾਣੀ ਨਾਲ ਵਿਵਹਾਰ ਨਹੀਂ ਸੀ ਕਰਿਆ। ਪਰ ਜਦੋਂ ਤੋਂ ਉਸਨੇ ਮੇਰਾ ਵਿਆਹ ਆਪਣੇ ਪਤੀ ਨਾਲ ਕਰਵਾਇਆ ਸੀ ਤਾਂ ਮੈਨੂੰ ਉਸ ਤੋਂ ਨਫ਼ਰਤ ਹੋ ਗਈ ਸੀ, ਪਰ ਉਸਦੇ ਸੁਭਾਅ ਵਿੱਚ ਕੋਈ ਵੀ ਬਦਲਾਵ ਨਹੀਂ ਸੀ। ਮੈਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਹੈਰਾਨੀ ਸੀ। ਉਧਰ ਮੇਰਾ ਦਿਓਰ ਵੀ ਮੇਰਾ ਬਹੁਤ ਜ਼ਿਆਦਾ ਖਿਆਲ ਰੱਖਦਾ ਸੀ। ਉਹ ਵੀ ਮੈਨੂੰ ਆਪਣੀ ਪਤਨੀ ਸਮਝਦਾ ਸੀ ਤੇ ਮੈਨੂੰ ਬਹੁਤ ਪਿਆਰ ਕਰਦਾ ਸੀ। ਮੈਨੂੰ ਇਸ ਤਰ੍ਹਾਂ ਕਦੇ ਨਹੀਂ ਲੱਗਿਆ ਸੀ ਕਿ ਉਹ ਮੈਨੂੰ ਪਹਿਲਾਂ ਆਪਣੀ ਭਾਬੀ ਸਮਝਦਾ ਸੀ। ਮੈਨੂੰ ਇਸ ਤਰ੍ਹਾਂ ਹੀ ਪਿਆਰ ਕਰਦਾ ਸੀ ਜਿਵੇਂ ਸ਼ੁਰੂ ਤੋਂ ਹੀ ਮੇਰਾ ਉਸ ਦੇ ਨਾਲ ਹੀ ਵਿਆਹ ਹੋਇਆ ਹੋਵੇ। ਪਰ ਮੇਰਾ ਦਿਲ ਨਹੀਂ ਸੀ ਮੰਨਦਾ ਕਿ ਉਹ ਮੇਰਾ ਪਤੀ ਹੈ ਤੇ ਮੈਂ ਆਪਣੇ ਦਿਓਰ ਨਾਲ ਕੋਈ ਸੰਬੰਧ ਬਣਾਵਾਂ। ਮੇਰਾ ਵਿਵਹਾਰ ਉਹਨਾਂ ਦੋਹਾਂ ਨਾਲ ਕੋਈ ਖਾਸ ਨਹੀਂ ਸੀ, ਪਰ ਮੇਰਾ ਦਿਓਰ ਅਮਰ ਮੇਰੇ ਨਾਲ ਹੀ ਰਹਿ ਕੇ ਖੁਸ਼ ਸੀ ਤੇ ਉਹ ਮੇਰਾ ਬਹੁਤ ਜ਼ਿਆਦਾ ਖਿਆਲ ਰੱਖਦਾ ਸੀ। ਉਹ ਹਮੇਸ਼ਾ ਹੀ ਮੇਰੇ ਕਮਰੇ ਵਿੱਚ ਹੀ ਜ਼ਿਆਦਾ ਟਾਈਮ ਰਹਿੰਦਾ ਸੀ। ਮੈਂ ਹੀ ਉਸ ਨੂੰ ਆਪਣੇ ਕਮਰੇ ਵਿੱਚੋਂ ਬਾਹਰ ਜਾਣ ਲਈ ਕਹਿੰਦੀ ਸੀ ਤੇ ਉਸ ਨੂੰ ਕਹਿੰਦੀ
ਕਿ ਤੂੰ ਆਪਣੀ ਪਹਿਲੀ ਪਤਨੀ ਨੂੰ ਵੀ ਟਾਈਮ ਦੇ। ਮੈਂ ਉਸ ਨੂੰ ਇਹੀ ਸਮਝਾਉਂਦੀ ਕਿ ਉਹਨੇ ਮੇਰੇ ਲਈ ਬਹੁਤ ਕੁਰਬਾਨੀ ਦਿੱਤੀ ਹੈ ਤੇ ਉਸ ਦਾ ਵੀ ਤੇਰੇ ਤੇ ਪੂਰਾ ਹੱਕ ਹੈ। ਪਰ ਉਹ ਮੇਰੇ ਕਮਰੇ ਵਿੱਚੋਂ ਜਾਣ ਦਾ ਨਾਮ ਹੀ ਨਹੀਂ ਸੀ ਲੈਂਦਾ ਤੇ ਉਹ ਨਿੱਕੇ ਜਵਾਕਾਂ ਵਾਂਗ ਮੇਰੇ ਨਾਲ ਜਿੱਦ ਕਰਦਾ ਤੇ ਕਹਿੰਦਾ ਕਿ ਮੈਂ ਤਾਂ ਤੇਰੇ ਨਾਲ ਹੀ ਖੁਸ਼ ਹਾਂ। ਫਿਰ ਇੱਕ ਦਿਨ ਮੇਰੀ ਸੱਸ ਨੇ ਮੈਨੂੰ ਕਿਹਾ ਕਿ ਤੂੰ ਅਮਰ ਨੂੰ ਆਪਣੇ ਕੋਲ ਜ਼ਿਆਦਾ ਟਾਈਮ ਨਾ ਰੱਖਿਆ ਕਰ। ਉਸ ਦੀ ਪਹਿਲੀ ਪਤਨੀ ਦਾ ਵੀ ਉਸ ਤੇ ਪੂਰਾ ਹੱਕ ਹੈ। ਤੂੰ ਤਾਂ ਉਸ ਨੂੰ ਉਸ ਦੀ ਪਹਿਲੀ ਪਤਨੀ ਦੇ ਕਮਰੇ ਵਿੱਚ ਜਾਣ ਹੀ ਨਹੀਂ ਦਿੰਦੀ। ਉਸ ਦੀ ਤਾਂ ਜ਼ਿੰਦਗੀ ਬਰਬਾਦ ਹੋ ਜਾਵੇਗੀ। ਉਸਨੇ ਤਾਂ ਆਪਣੀ ਖੁਸ਼ੀ ਤੇਰੀ ਝੋਲੀ ਵਿੱਚ ਪਾਈ ਹੈ, ਪਰ ਤੂੰ ਤਾਂ ਉਸ ਤੇ ਕਬਜ਼ਾ ਹੀ ਕਰ ਲਿਆ। ਤੇਰਾ ਕੋਈ ਹੱਕ ਨਹੀਂ ਕਿ ਤੂੰ ਉਸ ਦੀ ਪਹਿਲੀ ਪਤਨੀ ਨੂੰ ਉਸ ਤੋਂ ਦੂਰ ਕਰੇ। ਤਾਂ ਮੈਂ ਆਪਣੀ ਸੱਸ ਨੂੰ ਕਿਹਾ ਕਿ ਨਹੀਂ ਮੰਮੀ, ਮੈਂ ਤਾਂ ਉਹਨਾਂ ਨੂੰ ਬਹੁਤ ਸਮਝਾਉਂਦੀ ਹਾਂ ਕਿ ਤੁਸੀਂ ਕੋਮਲ ਨੂੰ ਵੀ ਓਨਾ ਹੀ ਟਾਈਮ ਦਿਓ, ਪਰ ਉਹ ਮੇਰੀ ਇੱਕ ਗੱਲ ਵੀ ਨਹੀਂ ਸੁਣਦੇ। ਮੈਂ ਉਹਨਾਂ ਨੂੰ ਧੱਕੇ ਨਾਲ ਆਪਣੇ ਕਮਰੇ ਵਿੱਚੋਂ ਨਹੀਂ ਕੱਢ ਸਕਦੀ ਕਿਉਂਕਿ ਉਹ ਮੇਰੇ ਪਤੀ ਨੇ। ਫਿਰ ਮੈਂ ਇੱਕ ਦਿਨ ਆਪਣੀ ਦਰਾਣੀ ਨੂੰ ਸਾਰੀ ਗੱਲ ਦੱਸ ਦਿੱਤੀ ਤੇ ਕਿਹਾ ਕਿ ਮੈਂ ਇਹ ਸਭ ਕੁਝ ਜਾਣਬੁੱਝ ਕੇ ਨਹੀਂ ਕਰ ਰਹੀ, ਪਰ ਅਮਰ ਪਤਾ ਨਹੀਂ ਕਿਉਂ ਮੇਰੇ ਕਮਰੇ ਵਿੱਚ ਇੰਨਾ ਟਾਈਮ ਕਿਉਂ ਰੁਕਦਾ ਹੈ। ਉਹ ਤਾਂ ਖੁਦ ਮੇਰੇ ਕਮਰੇ ਵਿੱਚੋਂ ਬਾਹਰ ਨਹੀਂ ਜਾਣਾ ਚਾਹੁੰਦਾ। ਤਾਂ ਮੇਰੀ ਦਰਾਣੀ ਕਹਿਣ ਲੱਗੀ ਕਿ ਮਰਦ ਜਾਤ ਤਾਂ ਹੁੰਦੀ ਹੀ ਇਸ ਤਰ੍ਹਾਂ ਦੀ ਹੈ। ਚਲੋ ਕੋਈ ਗੱਲ ਨਹੀਂ, ਤੂੰ ਵੀ ਉਸ ਦੀ ਪਤਨੀ ਹੈ। ਮੈਂ ਤਾਂ ਤੈਨੂੰ ਸਮਝਾਉਣਾ ਚਾਹੁੰਦੀ ਸੀ ਕਿ ਤੂੰ ਤਾਂ ਕਿਸਮਤ ਵਾਲੀ ਹੈ, ਤੈਨੂੰ ਦੋ ਮਰਦਾਂ ਦਾ ਪਿਆਰ ਮਿਲਿਆ, ਪਰ ਮੈਂ ਤਾਂ ਬਦਕਿਸਮਤ ਹਾਂ। ਉਸਨੇ ਇਹ ਗੱਲ ਹੌਲੀ ਕੁ ਦੇਣੇ ਕਹੀ, ਪਰ ਮੈਂ ਉਸਦੀ ਇਹ ਗੱਲ ਸੁਣ ਲਈ। ਮੈਂ ਜਦੋਂ ਦੁਬਾਰਾ ਪੁੱਛਿਆ ਤਾਂ ਉਸਨੇ ਗੱਲ ਨੂੰ ਟਾਲ ਮਟੋਲ ਕਰ ਦਿੱਤਾ। ਮੇਰੀ ਦਰਾਣੀ ਮੇਰਾ ਬਹੁਤ ਜ਼ਿਆਦਾ ਖਿਆਲ ਰੱਖਦੀ ਸੀ ਤੇ ਉਸਨੇ ਮੇਰੇ ਨਾਲ ਕਦੇ ਵੀ ਨਫ਼ਰਤ ਨਹੀਂ ਸੀ ਕਰੀ ਕਿ ਤੂੰ ਮੇਰੇ ਪਤੀ ਨੂੰ ਆਪਣਾ ਪਤੀ ਤੇ ਆਪਣਾ ਹੀ ਕਬਜ਼ਾ ਕਰ ਲਿਆ। ਮੇਰੀ ਦਰਾਣੀ ਮੇਰੇ ਲਈ ਮੇਰੇ ਖਾਣ ਪੀਣ ਦਾ ਵੀ ਪੂਰਾ ਖਿਆਲ ਰੱਖਦੀ ਸੀ। ਮੈਨੂੰ ਚੰਗੀ ਤੋਂ ਚੰਗੀ ਚੀਜ਼ ਬਣਾ ਕੇ ਦਿੰਦੀ, ਮੇਰੇ ਲਈ ਫਲ ਫਰੂਟ ਵੀ ਲਿਆ ਕੇ ਦਿੰਦੀ। ਫਿਰ ਮੇਰਾ ਚੈੱਕਅਪ ਆਪ ਕਰਵਾਉਣ ਮੈਨੂੰ ਡਾਕਟਰ ਕੋਲ ਲੈ ਕੇ ਆਪ ਹੀ ਜਾਂਦੀ। ਤਾਂ ਡਾਕਟਰ ਮੇਰਾ ਚੈੱਕਅਪ ਕਰਕੇ ਕਹਿੰਦਾ ਕਿ ਸਭ ਕੁਝ ਠੀਕ ਹੈ, ਜਲਦੀ ਹੀ ਇਹ ਮਾਂ ਬਣ ਜਾਵੇਗੀ। ਅਸੀਂ ਡਾਕਟਰ ਦੇ ਕੋਲ ਜਾਣ ਦਾ ਤਾਂ ਸਾਡਾ ਸਿਰਫ ਇੱਕ ਬਹਾਨਾ ਹੁੰਦਾ ਸੀ। ਅਸੀਂ ਉੱਥੇ ਇੱਕ ਪਾਰਕ ਦੇ ਵਿੱਚ ਚਲੀਆਂ ਜਾਂਦੀਆਂ ਸੀ ਤੇ ਬਾਹਰ ਬੈਠ ਕੇ ਗੱਲਾਂ ਬਾਤਾਂ ਕਰਦੀਆਂ ਸੀ। ਫਿਰ ਦਰਾਣੀ ਮੇਰੇ ਲਈ ਮੇਰੇ ਨਾਲ ਇੱਕ ਹੋਰ ਕੰਮ ਵੀ ਕਰਦੀ ਸੀ। ਉਹ ਰਾਤ ਨੂੰ ਪਤਾ ਨਹੀਂ ਕਿਉਂ ਮੇਰੇ ਸਿਰਹਾਣੇ ਪੈਸੇ ਰੱਖ ਕੇ ਚਲੀ ਜਾਂਦੀ ਸੀ। ਇੱਕ ਦਿਨ ਤਾਂ ਮੈਨੂੰ ਲੱਗਿਆ ਕਿ ਉਹ ਸ਼ਾਇਦ ਗਲਤੀ ਨਾਲ ਰੱਖ ਗਈ। ਤਾਂ ਮੈਂ ਅਗਲੇ ਦਿਨ ਕਿਹਾ ਕਿ ਤੂੰ ਮੇਰੇ ਕਮਰੇ ਵਿੱਚ ਕੱਲ ਪੈਸੇ ਰੱਖ ਕੇ ਭੁੱਲ ਗਈ। ਤਾਂ ਉਹ ਅੱਗੋਂ ਕਹਿਣ ਲੱਗੀ, ਨਹੀਂ ਉਹ ਪੈਸੇ ਮੇਰੇ ਨਹੀਂ ਸਨ, ਉਹ ਤਾਂ ਤੇਰੇ ਹੀ ਸਨ। ਤਾਂ ਮੈਂ ਉਸ ਨੂੰ ਕਿਹਾ ਕਿ ਤੇਰੇ ਕੋਲ ਇੰਨੇ ਪੈਸੇ ਕਿੱਥੋਂ ਆਏ, ਤਾਂ ਤੂੰ ਆਪਣੇ ਪੈਸੇ ਮੈਨੂੰ ਕਿਉਂ ਦੇ ਰਹੀ ਹੈ? ਤਾਂ ਉਹ ਕਹਿਣ ਲੱਗੀ ਕਿ ਮੈਂ ਇੰਨੇ ਪੈਸੇ ਕਿੱਥੋਂ ਲੈ ਕੇ ਆਉਣੇ ਸੀ, ਇਹ ਤਾਂ ਮੈਨੂੰ ਅਮਰ ਨੇ ਹੀ ਦਿੱਤੇ ਸਨ ਤੇ ਉਹਨੇ ਕਿਹਾ ਸੀ ਕਿ ਤੂੰ ਮਣੀ ਨੂੰ ਵੀ ਦੇ ਦੇਵੀਂ ਕਿਉਂਕਿ ਇਸ ਤੇ ਵੀ ਤੇਰਾ ਓਨਾ ਹੀ ਹੱਕ ਹੈ ਜਿੰਨਾ ਮੇਰਾ, ਤੈਨੂੰ ਵੀ ਤਾਂ ਖਰਚਾ ਮਿਲਣਾ ਚਾਹੀਦਾ ਹੈ। ਤਾਂ ਮੈਂ ਕਿਹਾ ਕਿ ਅਮਰ ਇੰਨੇ ਪੈਸੇ ਕਿੱਥੋਂ ਕਮਾਉਂਦਾ ਹੈ? ਤਾਂ ਉਹ ਕਹਿਣ ਲੱਗੀ ਕਿ ਮੇਰਾ ਪਤੀ ਤਾਂ ਪਹਿਲੇ ਦਿਨ ਤੋਂ ਹੀ ਇੰਨੇ ਪੈਸੇ ਕਮਾ ਕੇ ਲਿਆਉਂਦਾ ਸੀ, ਹਰ ਰੋਜ਼ ਮੇਰੇ ਸਿਰਹਾਣੇ ਪੈਸੇ ਰੱਖੇ ਹੁੰਦੇ ਸਨ। ਮੈਂ ਤਾਂ ਖੁਸ਼ੀ ਨਾਲ ਪਾਗਲ ਹੋ ਗਈ ਸਾਂ। ਮੈਨੂੰ ਹਰ ਰੋਜ਼ ਪੈਸੇ ਮਿਲ ਜਾਂਦੇ ਸਨ। ਹੁਣ ਮੈਨੂੰ ਵੀ ਸਮਝ ਆ ਗਈ ਸੀ ਕਿ ਅਮਰ ਦੀ ਕਮਾਈ ਤੇ ਮੇਰਾ ਵੀ ਉਨਾ ਹੀ ਹੱਕ ਹੈ ਜਿੰਨਾ ਕਿ ਕੋਮਲ ਦਾ। ਪਰ ਮੇਰੇ ਦਿਲ ਵਿੱਚੋਂ ਮੇਰੇ ਪਹਿਲੇ ਪਤੀ ਗੁਰਜੀਤ ਦੀ ਕਦੇ ਵੀ ਯਾਦ ਭੁੱਲੀ ਨਹੀਂ ਸੀ। ਪਰ ਹੁਣ ਮੈਂ ਆਪਣੀ ਜ਼ਿੰਦਗੀ ਬਦਲ ਲਈ ਸੀ। ਹੁਣ ਮੈਂ ਇੱਕ ਵਿਧਵਾ ਨਹੀਂ ਸੀ, ਮੈਂ ਹੁਣ ਅਮਰ ਦੀ ਪਤਨੀ ਸੀ। ਹੁਣ ਮੇਰੇ ਤੇ ਮੇਰੀ ਦਰਾਣੀ ਵਿੱਚ ਬਹੁਤ ਪਿਆਰ ਵੱਧ ਗਿਆ ਸੀ। ਅਸੀਂ ਹੁਣ ਦੋਵਾਂ ਨੇ ਇੱਕੋ ਜਿਹੇ ਸੂਟ ਤੇ ਇੱਕੋ ਜਿਹੀਆਂ ਚੀਜ਼ਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਦਿਨ ਜਦੋਂ ਅਸੀਂ ਚੈੱਕਅਪ ਲਈ ਹਸਪਤਾਲ ਗਈਆਂ ਤਾਂ ਮੈਂ ਤੇ ਮੇਰੀ ਦਰਾਣੀ ਨੇ ਇੱਕੋ ਰੰਗ ਦੇ ਦੁਪੱਟੇ ਇੱਕੋ ਰੰਗ ਦੇ ਸੂਟ ਪਾਏ ਹੋਏ ਸਨ ਤੇ ਅਸੀਂ ਸਕੂਟੀ ਤੇ ਹਸਪਤਾਲ ਗਈਆਂ। ਤਾਂ ਸਾਡੀ ਕਿਸੇ ਨੂੰ ਕੋਈ ਪਹਿਚਾਣ ਵੀ ਨਹੀਂ ਸੀ ਆ ਰਹੀ। ਪਰ ਜਦੋਂ ਅਸੀਂ ਹਸਪਤਾਲ ਪਹੁੰਚੀਆਂ ਤਾਂ ਨਰਸ ਨੂੰ ਵੀ ਸਾਡੀ ਪਹਿਚਾਣ ਨਾ ਆਈ। ਤਾਂ ਨਰਸ ਨੇ ਮੈਨੂੰ ਕੋਮਲ ਸਮਝ ਕੇ ਮੇਰੇ ਕੰਨ ਵਿੱਚ ਕਿਹਾ ਕਿ ਤੂੰ ਆਪਣੀ ਸੌਕਣ ਨੂੰ ਨੀਂਦ ਦੀ ਗੋਲੀ ਨਾ ਖਵਾ ਦੇਵੀਂ। ਮੈਂ ਤਾਂ ਨਰਸ ਦੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ ਕਿ ਉਹ ਇਸ ਤਰ੍ਹਾਂ ਕਿਉਂ ਕਹਿ ਰਹੀ ਸੀ। ਫਿਰ ਮੈਂ ਆਪਣੀ ਦਰਾਣੀ ਵੱਲ ਦੇਖਿਆ ਤੇ ਮੈਂ ਆਪਣੇ ਮਨ ਵਿੱਚ ਸੋਚਿਆ ਕਿ ਮੈਨੂੰ ਇੰਨੀ ਨੀਂਦ ਉਸ ਗੋਲੀ ਕਾਰਨ ਹੀ ਆਉਂਦੀ ਸੀ। ਮੇਰੇ ਲਈ ਹਰ ਰਾਤ ਨੂੰ ਪਰਾਂਠਾ ਤੇ ਆਮਲੇਟ ਬਣਾ ਕੇ ਸਪੈਸ਼ਲ ਮੇਰੇ ਲਈ ਲੈ ਕੇ ਉਹ ਆਉਂਦੀ ਸੀ ਤੇ ਉਸਦੇ ਨਾਲ ਇੱਕ ਗਲਾਸ ਦੁੱਧ ਦਾ ਵੀ ਲੈ ਕੇ ਆਉਂਦੀ ਸੀ। ਹੁਣ ਮੈਨੂੰ ਸ਼ੱਕ ਹੋ ਗਿਆ ਸੀ ਕਿ ਉਹ ਉਸ ਦੁੱਧ ਦੇ ਗਲਾਸ ਵਿੱਚ ਮੈਨੂੰ ਨੀਂਦ ਦੀਆਂ ਗੋਲੀਆਂ ਘੋਲ ਕੇ ਪਿਆਉਂਦੀ ਸੀ। ਪਰ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਮੈਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਮੇਰੇ ਨਾਲ ਕੀ ਕਰਨਾ ਚਾਹੁੰਦੀ ਸੀ।
ਅਚਾਨਕ ਹੀ ਮੇਰੇ ਦਿਮਾਗ ਵਿੱਚ ਅਨੇਕਾਂ ਸਵਾਲ ਘੁੰਮਣ ਲੱਗੇ। ਮੈਨੂੰ ਇੱਕ ਵਾਰ ਲੱਗਿਆ ਕਿ ਸ਼ਾਇਦ ਨਰਸ ਨੇ ਮੈਨੂੰ ਗਲਤੀ ਨਾਲ ਇਹ ਸਭ ਕੁਝ ਕਿਹਾ, ਪਰ ਫਿਰ ਮੇਰਾ ਦਿਲ ਨਹੀਂ ਸੀ ਮੰਨ ਰਿਹਾ, ਕਿਉਂਕਿ ਮੈਨੂੰ ਆਪਣੀ ਦਰਾਣੀ ਤੇ ਸ਼ੱਕ ਲੱਗ ਰਿਹਾ ਸੀ। ਪਰ ਉਹ ਦਰਾਣੀ ਤੇ ਸ਼ੱਕ ਹੋਣ ਲੱਗਾ, ਪਰ ਮੇਰਾ ਸ਼ੱਕ ਯਕੀਨ ਵਿੱਚ ਬਦਲ ਚੁੱਕਾ ਸੀ, ਕਿਉਂਕਿ ਨਰਸ ਨੇ ਬਕਾਇਦਾ ਮੇਰੀ ਦਰਾਣੀ ਦਾ ਨਾਮ ਲੈ ਕੇ ਹੀ ਕਿਹਾ ਸੀ ਕਿ ਕੋਮਲ, ਤੂੰ ਆਪਣੀ ਜਠਾਣੀ ਨੂੰ ਨੀਂਦ ਦੀਆਂ ਗੋਲੀਆਂ ਨਾ ਖਵਾਈ। ਪਰ ਮੈਨੂੰ ਇਹ ਨਹੀਂ ਸੀ ਸਮਝ ਆ ਰਹੀ ਕਿ ਉਹ ਮੈਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਮੇਰੇ ਨਾਲ ਕੀ ਕਰਦੀ ਸੀ। ਫਿਰ ਮੇਰੇ ਦਿਮਾਗ ਵਿੱਚ ਇਹ ਗੱਲ ਆਈ ਕਿ ਮੇਰੀ ਦਰਾਣੀ ਮੇਰੇ ਨਾਲ ਇੰਨਾ ਪਿਆਰ ਕਿਉਂ ਕਰਦੀ ਸੀ, ਉਹ ਮੇਰਾ ਖਿਆਲ ਕਿਉਂ ਰੱਖਦੀ ਸੀ ਤੇ ਆਪਣੇ ਪਤੀ ਦਾ ਵਿਆਹ ਮੇਰੇ ਨਾਲ ਕਰਵਾ ਦਿੱਤਾ। ਤੇ ਫਿਰ ਉਹ ਇਹ ਵੀ ਚਾਹੁੰਦੀ ਸੀ ਕਿ ਮੈਂ ਉਸਦੇ ਪਤੀ ਦੇ ਬੱਚੇ ਨੂੰ ਜਨਮ ਦੇਵਾਂ। ਤੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਪਹਿਲਾਂ ਤਾਂ ਮੈਂ ਸਿੱਧਾ ਆਪਣੀ ਦਰਾਣੀ ਤੋਂ ਹੀ ਪੁੱਛਣਾ ਚਾਹੁੰਦੀ ਸੀ, ਪਰ ਫਿਰ ਮੇਰੇ ਦਿਮਾਗ ਵਿੱਚ ਗੱਲ ਆਈ ਕਿ ਮੈਂ ਇਹ ਗੱਲ ਆਪਣੇ ਪਤੀ ਨੂੰ ਹੀ ਦੱਸਾਂਗੀ। ਮੈਂ ਚੁੱਪਚਾਪ ਆਪਣੇ ਦਿਲ ਵਿੱਚ ਇਹ ਗੱਲ ਰੱਖੀ ਤੇ ਘਰ ਆ ਗਈ। ਜਦੋਂ ਮੈਂ ਘਰ ਆਈ ਤਾਂ ਮੈਂ ਆਪਣੇ ਪਤੀ ਨੂੰ ਕਿਹਾ ਕਿ ਤੁਸੀਂ ਮੈਨੂੰ ਅੱਜ ਸੱਚ-ਸੱਚ ਦੱਸ ਦਿਓ। ਮੈਂ ਆਪਣੇ ਪਤੀ ਨੂੰ ਕਿਹਾ ਕਿ ਤੁਸੀਂ ਮੇਰੀ ਸਹੁੰ ਖਾਓ। ਮੇਰਾ ਪਤੀ ਤਾਂ ਅਮਰ ਆਪਣੇ ਆਪ ਹੀ ਕਹਿਣ ਲੱਗਿਆ ਕਿ ਮੈਂ ਤਾਂ ਤੈਨੂੰ ਆਪ ਹੀ ਸਭ ਕੁਝ ਸੱਚ ਦੱਸ ਦੇਣਾ ਚਾਹੁੰਦਾ ਸੀ। ਮੈਂ ਵੀ ਕਈ ਦਿਨਾਂ ਤੋਂ ਸੋਚ ਰਿਹਾ ਹਾਂ ਕਿ ਮੈਂ ਤੈਨੂੰ ਇਹ ਸਭ ਕੁਝ ਆਪਣੇ ਮੂੰਹੋਂ ਆਪ ਹੀ ਦੱਸ ਦੇਵਾਂਗਾ। ਮੈਂ ਤਾਂ ਚੁੱਪ ਹੀ ਰਹਿ ਗਈ। ਫਿਰ ਮੈਂ ਆਪਣੇ ਪਤੀ ਦੇ ਮੂੰਹੋਂ ਜੋ ਕੁਝ ਸੁਣਿਆ, ਉਹ ਸੁਣ ਕੇ ਤਾਂ ਮੈਂ ਹੱਕੀ ਬੱਕੀ ਰਹਿ ਗਈ। ਮੇਰਾ ਪਤੀ ਅਮਰ ਮੈਨੂੰ ਕਹਿਣ ਲੱਗਿਆ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੇ ਤੁਸੀਂ ਮੈਨੂੰ ਕਦੇ ਵੀ ਛੱਡ ਕੇ ਨਾ ਜਾਇਓ। ਮੈਂ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ। ਮੈਂ ਆਪਣੇ ਭਰਾ ਦੀ ਮੌਤ ਤੋਂ ਬਾਅਦ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਮੈਨੂੰ ਕੋਮਲ ਬਿਲਕੁਲ ਵੀ ਪਸੰਦ ਨਹੀਂ ਸੀ ਤੇ ਨਾ ਹੀ ਉਸਦਾ ਗੱਲ ਕਰਨ ਦਾ ਤਰੀਕਾ। ਉਸਨੂੰ ਕੋਈ ਤਰੀਕਾ ਨਹੀਂ ਤੇ ਨਾ ਹੀ ਉਹ ਮੈਨੂੰ ਖੁਸ਼ ਕਰਦੀ ਸੀ। ਮੈਂ ਹਮੇਸ਼ਾ ਹੀ ਉਸਨੂੰ ਇਹ ਕਹਿੰਦਾ ਸੀ ਕਿ ਤੂੰ ਮਣੀ ਵਾਂਗ ਕਿਉਂ ਨਹੀਂ ਰਹਿੰਦੀ, ਉਸਦੇ ਵਾਂਗ ਤੂੰ ਸੱਜ ਸਵਰ ਕੇ ਰਿਹਾ ਕਰ। ਉਹ ਦੇਖਣ ਵਿੱਚ ਕਿੰਨੀ ਸੋਹਣੀ ਲੱਗਦੀ ਹੈ। ਕੋਮਲ ਤਾਂ ਤੈਨੂੰ ਬਹੁਤ ਜ਼ਿਆਦਾ ਨਫ਼ਰਤ ਕਰਦੀ ਸੀ। ਮੈਂ ਤਾਂ ਉਸਨੂੰ ਹਮੇਸ਼ਾ ਇਹੀ ਕਹਿੰਦਾ ਸੀ ਕਿ ਤੂੰ ਭਾਬੀ ਵਰਗੀ ਕਿਉਂ ਨਹੀਂ ਪਾਉਂਦੀ। ਮੈਂ ਜਦੋਂ ਅਮਰ ਦੇ ਮੂੰਹੋਂ ਇਹ ਸੁਣਿਆ ਕਿ ਉਹ ਮੈਨੂੰ ਨਫ਼ਰਤ ਕਰਦੀ ਸੀ ਤਾਂ ਮੈਨੂੰ ਯਕੀਨ ਨਾ ਹੋਇਆ। ਤਾਂ ਮੈਂ ਫਿਰ ਅਮਰ ਨੂੰ ਪੁੱਛਿਆ, ਫਿਰ ਉਹਨੇ ਤੁਹਾਡੇ ਨਾਲ ਵਿਆਹ ਕਿਉਂ ਕਰਵਾਇਆ? ਤਾਂ ਅਮਰ ਮੈਨੂੰ ਕਹਿਣ ਲੱਗਿਆ, ਵਿਆਹ ਉਹਨੇ ਨਹੀਂ ਕਰਵਾਇਆ, ਇਹ ਤਾਂ ਜ਼ਬਰਦਸਤੀ ਮੈਂ ਉਸਨੂੰ ਮਜਬੂਰ ਕੀਤਾ ਸੀ। ਉਹ ਕੌਣ ਹੁੰਦੀ ਹੈ ਮੇਰਾ ਵਿਆਹ ਤੇਰੇ ਨਾਲ ਕਰਵਾਉਣ ਵਾਲੀ? ਸ਼ਾਇਦ ਕਿਸਮਤ ਵਿੱਚ ਹੀ ਆਪਣੇ ਦੋਹਾਂ ਦਾ ਹੀ ਸਾਥ ਲਿਖਿਆ ਸੀ। ਮੇਰਾ ਭਰਾ ਇਸ ਦੁਨੀਆ ਵਿੱਚੋਂ ਚਲਾ ਗਿਆ, ਪਰ ਉਹ ਬਹੁਤ ਵਧੀਆ ਇਨਸਾਨ ਸੀ। ਕਾਸ਼ ਮੈਂ ਆਪਣੇ ਭਰਾ ਦੀ ਥਾਂ ਮਰ ਜਾਂਦਾ। ਮੇਰਾ ਬਹੁਤ ਵਧੀਆ ਭਰਾ ਇਨਸਾਨ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਭਰਾ ਦੀ ਮੌਤ ਤੋਂ ਬਾਅਦ ਮੇਰੇ ਤੋਂ ਤੇਰੀ ਇਹ ਹਾਲਤ ਦੇਖੀ ਨਾ ਗਈ। ਨਹੀਂ ਸੀ ਦੇਖੀ ਜਾਂਦੀ, ਕਿਉਂਕਿ ਮੈਂ ਸ਼ੁਰੂ ਤੋਂ ਹੀ ਤੈਨੂੰ ਪਸੰਦ ਕਰਦਾ ਸੀ। ਮੈਂ ਤਾਂ ਤੈਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਸੀ। ਇਸ ਲਈ ਮੈਂ ਕੋਮਲ ਨੂੰ ਮਜਬੂਰ ਕੀਤਾ ਕਿ ਤੂੰ ਮੇਰਾ ਵਿਆਹ ਮਣੀ ਨਾਲ ਕਰਵਾ ਦੇ, ਨਹੀਂ ਤਾਂ ਮੈਂ ਤੈਨੂੰ ਤਲਾਕ ਦੇ ਦੇਵਾਂਗਾ ਤੇ ਇਸ ਘਰ ਵਿੱਚੋਂ ਕੱਢ ਦੇਵਾਂਗਾ। ਉਹ ਤਾਂ ਇਸ ਗੱਲ ਲਈ ਬਿਲਕੁਲ ਵੀ ਤਿਆਰ ਨਹੀਂ ਸੀ। ਫਿਰ ਮੈਂ ਉਸਨੂੰ ਕਿਹਾ ਕਿ ਜੇ ਤੂੰ ਘਰ ਵਾਲਿਆਂ ਦੇ ਸਾਹਮਣੇ ਮੇਰੇ ਵਿਆਹ ਦੀ ਗੱਲ ਨਾ ਤੋਰੀ ਤਾਂ ਮੈਂ ਤੈਨੂੰ ਇਸ ਘਰ ਵਿੱਚੋਂ ਕੱਢ ਦੇਵਾਂਗਾ। ਇਸ ਕਰਕੇ ਉਸਨੇ ਮੇਰੀ ਇਹ ਗੱਲ ਮੰਨੀ ਸੀ। ਤੇ ਫਿਰ ਮੈਂ ਉਸਨੂੰ ਇਹ ਵੀ ਕਿਹਾ ਕਿ ਤੂੰ ਮਣੀ ਦਾ ਖਿਆਲ ਵੀ ਰੱਖਿਆ ਕਰੇਂਗੀ, ਕਿਉਂਕਿ ਮੈਂ ਤੈਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਸੀ ਤੇ ਤੈਨੂੰ ਹੀ ਪਿਆਰ ਕਰਦਾ ਸੀ। ਜਦੋਂ ਅਮਰ ਨੇ ਮੈਨੂੰ ਇਹ ਗੱਲ ਦੱਸੀ ਤਾਂ ਫਿਰ ਮੈਂ ਉਸਨੂੰ ਕਿਹਾ ਕਿ ਤੁਸੀਂ ਉਸਨੂੰ ਮੇਰੇ ਲਈ ਪੈਸੇ ਕਿਉਂ ਦਿੰਦੇ ਸੀ? ਤਾਂ ਅਮਰ ਹੈਰਾਨ ਰਹਿ ਗਿਆ, ਕਿਹੜੇ ਪੈਸੇ? ਮੈਂ ਤਾਂ ਉਸਨੂੰ ਕਦੇ ਕੋਈ ਪੈਸੇ ਨਹੀਂ ਦਿੱਤੇ। ਉਹ ਤਾਂ ਤੇਰੇ ਨਾਲ ਝੂਠ ਬੋਲਦੀ ਸੀ। ਆਪਾਂ ਇੱਕ ਕੰਮ ਕਰਦੇ ਹਾਂ, ਆਪਾਂ ਉਸ ਡਾਕਟਰ ਕੋਲ ਚੱਲਦੇ ਹਾਂ ਜਿਹੜੇ ਡਾਕਟਰ ਕੋਲ ਉਹ ਤੇਰਾ ਚੈੱਕਅਪ ਕਰਵਾਉਣ ਲਈ ਲੈ ਕੇ ਜਾਂਦੀ ਸੀ। ਫਿਰ ਇੱਕ ਦਿਨ ਅਸੀਂ ਉਸ ਡਾਕਟਰ ਕੋਲ ਚਲੇ ਗਏ ਤੇ ਮੈਂ ਆਪਣੇ ਮੂੰਹ ਤੇ ਸਿਰ ਨੂੰ ਪੂਰੇ ਦੁਪੱਟੇ ਨਾਲ ਚੰਗੀ ਤਰ੍ਹਾਂ ਢੱਕ ਲਿਆ ਸੀ। ਤੇ ਮੇਰੇ ਪਤੀ ਨੂੰ ਤਾਂ ਉਹ ਬਿਲਕੁਲ ਵੀ ਜਾਣਦੀ ਨਹੀਂ ਸੀ, ਕਿਉਂਕਿ ਮੇਰੇ ਪਤੀ ਉਸ ਡਾਕਟਰ ਕੋਲ ਕਦੇ ਵੀ ਨਹੀਂ ਸੀ ਗਏ। ਤੇ ਅਸੀਂ ਉਸਨੂੰ ਕਿਹਾ ਕਿ ਅਸੀਂ ਇਹ ਬੱਚਾ ਨਹੀਂ ਰੱਖਣਾ ਚਾਹੁੰਦੇ ਤੇ ਅਬੋਰਸ਼ਨ ਕਰਵਾਉਣਾ ਹੈ। ਕੀ ਤੁਸੀਂ ਇਹ ਕੰਮ ਕਰੋਗੇ? ਤਾਂ ਉਹ ਕਹਿਣ ਲੱਗੀ ਕਿ ਹਾਂ, ਇਹ ਕੰਮ ਅਸੀਂ ਕਰ ਦੇਵਾਂਗੇ, ਪਰ ਇਹ ਗੈਰ ਕਾਨੂੰਨੀ ਹੈ। ਇਸ ਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਪੈਸੇ ਦੇਣੇ ਪੈਣਗੇ। ਜਦੋਂ ਉਸਨੇ ਸਾਨੂੰ ਪੈਸਿਆਂ ਬਾਰੇ ਕਿਹਾ ਤਾਂ ਅਸੀਂ ਉਸਦੀ ਇਸ ਗੱਲ ਨੂੰ ਰਿਕਾਰਡ ਕਰ ਲਿਆ ਤੇ ਉਸਨੂੰ ਕਿਹਾ ਕਿ ਅਸੀਂ ਤੇਰੀ ਇਹ ਗੱਲ ਸਾਰੀ ਰਿਕਾਰਡ ਕਰ ਲਈ ਹੈ। ਜੇਕਰ ਤੂੰ ਸਾਡਾ ਕੰਮ ਨਾ ਕਰਿਆ ਤਾਂ ਅਸੀਂ ਇਹ ਰਿਕਾਰਡਿੰਗ ਪੁਲਿਸ ਨੂੰ ਭੇਜ ਦੇਵਾਂਗੇ। ਤਾਂ ਉਹ ਨਰਸ ਡਰ ਗਈ ਤੇ ਉਹ ਕਹਿਣ ਲੱਗੀ ਕਿ ਕਿਹੜਾ ਕੰਮ?
ਤੁਸੀਂ ਮੇਰੀ ਇਹ ਗੱਲ ਕਿਸੇ ਨੂੰ ਨਾ ਦੱਸਿਓ। ਮੈਂ ਤੁਹਾਡਾ ਹਰ ਇੱਕ ਕੰਮ ਕਰਾਂਗੀ। ਮੇਰਾ ਲਾਇਸੈਂਸ ਰੱਦ ਕਰ ਦੇਣਗੇ। ਮੇਰੇ ਕੋਲ ਮੇਰੀ ਨੌਕਰੀ ਮੇਰੇ ਹੱਥੋਂ ਚਲੀ ਜਾਵੇਗੀ। ਫਿਰ ਮੈਂ ਉਸ ਨੂੰ ਕਿਹਾ ਕਿ ਤੂੰ ਮੈਨੂੰ ਉਸ ਔਰਤ ਬਾਰੇ ਦੱਸ ਜਿਹੜੀ ਆਪਣੀ ਸੌਕਣ ਨੂੰ ਤੇਰੇ ਕੋਲ ਲੈ ਕੇ ਆਉਂਦੀ ਹੈ। ਤਾਂ ਉਹ ਕਹਿਣ ਲੱਗੀ ਕਿ ਉਹ ਕੋਮਲ ਬਾਰੇ ਤੁਸੀਂ ਗੱਲ ਕਰ ਰਹੇ ਹੋ। ਮੈਂ ਕਿਹਾ ਹਾਂ, ਮੈਂ ਕੋਮਲ ਬਾਰੇ ਹੀ ਗੱਲ ਕਰ ਰਹੀ ਹਾਂ ਤੇ ਮੈਂ ਉਸਦੀ ਸੌਕਣ ਮਣੀ ਹਾਂ ਤੇ ਇਹ ਮੇਰੇ ਪਤੀ ਹਨ। ਜਦੋਂ ਮੈਂ ਉਸ ਨੂੰ ਆਪਣਾ ਚਿਹਰਾ ਦਿਖਾਇਆ ਤਾਂ ਉਹ ਮੈਨੂੰ ਝੱਟ ਪਹਿਚਾਣ ਗਈ ਤੇ ਉਹ ਕਹਿਣ ਲੱਗੀ ਕਿ ਕੋਮਲ ਨੇ ਮੈਨੂੰ ਕਿਹਾ ਸੀ ਕਿ ਤੂੰ ਇਸ ਨੂੰ ਕੋਈ ਅਜਿਹੀ ਦਵਾ ਦੇ ਕੇ ਹੌਲੀ ਹੌਲੀ ਮਰ ਜਾਵੇ ਤੇ ਕਦੇ ਵੀ ਬੱਚੇ ਨੂੰ ਜਨਮ ਨਾ ਦੇ ਸਕੇ। ਬਸ ਇਹਦੀ ਹੌਲੀ ਹੌਲੀ ਮੌਤ ਹੋ ਜਾਵੇ, ਜਾਣੀ ਕਿ ਸਲੋ ਪੋਇਜ਼ਨ। ਜਦੋਂ ਉਸਨੇ ਸਲੋ ਪੋਇਜ਼ਨ ਕਿਹਾ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਤਾਂ ਉਹ ਮੈਨੂੰ ਮਾਰਨਾ ਚਾਹੁੰਦੀ ਸੀ। ਉਧਰੋਂ ਅਮਰ ਵੀ ਪੂਰੀ ਤਰ੍ਹਾਂ ਡਰ ਗਿਆ ਤੇ ਉਹ ਤੇਰੀ ਜਾਨ ਲੈਣਾ ਚਾਹੁੰਦੀ ਸੀ ਤੇ ਤੈਨੂੰ ਬਾਂਝ ਬਣਾਉਣਾ ਚਾਹੁੰਦੀ ਸੀ। ਜ਼ਰੂਰ ਉਹ ਤੇਰੇ ਨਾਲ ਬਦਲਾ ਲੈਣਾ ਚਾਹੁੰਦੀ ਸੀ, ਕਿਉਂਕਿ ਮੈਂ ਹਮੇਸ਼ਾ ਹੀ ਉਹਦੇ ਕੋਲ ਤੇਰੀ ਤਾਰੀਫ ਕਰਦਾ ਸੀ। ਫਿਰ ਅਸੀਂ ਘਰ ਵਾਪਸ ਆ ਗਏ ਤੇ ਮੇਰੇ ਪਤੀ ਨੇ ਸਾਰੇ ਘਰ ਵਾਲਿਆਂ ਦੇ ਸਾਹਮਣੇ ਕੋਮਲ ਦੀ ਸੱਚਾਈ ਦੱਸੀ ਤੇ ਉਸ ਡਾਕਟਰ ਦੀ ਸਾਰੀ ਰਿਕਾਰਡਿੰਗ ਸਾਰਿਆਂ ਨੂੰ ਸੁਣਾਈ। ਤੇ ਮੇਰਾ ਪਤੀ ਗੁੱਸੇ ਵਿੱਚ ਕਹਿਣ ਲੱਗਿਆ ਕਿ ਕੋਮਲ, ਤੂੰ ਤਾਂ ਇੰਨੀ ਘਟੀਆ ਔਰਤ ਨਿਕਲੀ। ਤੇਰੀ ਨਫ਼ਰਤ ਨੇ ਇੱਕ ਮਾਸੂਮ ਦੀ ਜਾਨ ਲੈ ਲੈਣੀ ਸੀ। ਤੂੰ ਇੰਨੀ ਹੱਦ ਤੱਕ ਗਿਰ ਜਾਵੇਂਗੀ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ। ਮੈਂ ਤੈਨੂੰ ਇਸ ਘਰ ਵਿੱਚੋਂ ਕੱਢ ਦੇਵਾਂਗਾ। ਪਰ ਜਦੋਂ ਕੋਮਲ ਨੇ ਅੱਗੋਂ ਜਵਾਬ ਦਿੱਤਾ ਤਾਂ ਮੈਂ ਹੈਰਾਨ ਰਹਿ ਗਈ ਤੇ ਉਹ ਕਹਿਣ ਲੱਗੀ ਕਿ ਕੌਣ ਇਸ ਘਰ ਵਿੱਚ ਰਹਿਣਾ ਚਾਹੁੰਦਾ ਹੈ ਤੇ ਨਾ ਹੀ ਮੈਂ ਤੇਰੇ ਤੋਂ ਮਾਫੀ ਮੰਗਾ। ਮੈਨੂੰ ਤਾਂ ਪਤਾ ਤੂੰ ਸ਼ੁਰੂ ਤੋਂ ਹੀ ਆਪਣੀ ਭਾਬੀ ਤੇ ਗੰਦੀ ਨਿਗਾਹ ਰੱਖਦਾ ਸੀ। ਤੂੰ ਤਾਂ ਘਟੀਆ ਇਨਸਾਨ ਹੈ। ਮੈਂ ਤਾਂ ਆਪ ਤੇਰੇ ਨਾਲ ਨਹੀਂ ਰਹਿਣਾ ਚਾਹੁੰਦੀ। ਤੂੰ ਮੈਨੂੰ ਹੁਣੇ ਤਲਾਕ ਦੇ ਦੇ। ਪਰ ਅਮਰ ਨੇ ਉਸ ਨੂੰ ਤਲਾਕ ਨਹੀਂ ਸੀ ਦਿੱਤਾ, ਪਰ ਕੋਮਲ ਘਰ ਛੱਡ ਕੇ ਚਲੀ ਗਈ। ਮੈਂ ਅੱਜ ਵੀ ਉਸ ਬਾਰੇ ਸੋਚਦੀ ਹਾਂ ਤਾਂ ਮੈਂ ਹੈਰਾਨ ਰਹਿ ਜਾਂਦੀ ਹਾਂ ਕਿ ਲੋਕ ਆਪਣੇ ਚਿਹਰੇ ਤੋਂ ਕਿੰਨੇ ਮਾਸੂਮ ਦਿਖਦੇ ਹਨ, ਪਰ ਦਿਲ ਵਿੱਚ ਕਿੰਨੀਆਂ ਕਾਲੀਆਂ ਕਰਤੂਤਾਂ ਰੱਖਦੇ ਹਨ। ਕਦੇ ਕਦੇ ਇਹਨਾਂ ਮਾਸੂਮ ਦਿਸਣ ਵਾਲੇ ਲੋਕ ਵੀ ਬਹੁਤ ਖਤਰਨਾਕ ਨਿਕਲਦੇ ਹਨ। ਮੇਰੀ ਦਰਾਣੀ ਦੇ ਦਿਲ ਵਿੱਚ ਜ਼ਹਿਰ ਉਦੋਂ ਬੈਠ ਗਿਆ ਸੀ ਜਦੋਂ ਮੇਰਾ ਦਿਓਰ ਉਸਦੇ ਸਾਹਮਣੇ ਮੇਰੀ ਤਾਰੀਫ ਕਰਦਾ ਸੀ ਤੇ ਉਸ ਨੂੰ ਮੇਰੀਆਂ ਉਦਾਹਰਨਾਂ ਦੇਣ ਲੱਗਾ ਤੇ ਫਿਰ ਉਸ ਨੂੰ ਕਿਹਾ ਕਿ ਮੈਂ ਮਣੀ ਨੂੰ ਪਸੰਦ ਕਰਦਾ ਤੇ ਮੇਰਾ ਵਿਆਹ ਉਸ ਦੇ ਨਾਲ ਕਰਵਾ। ਇਹ ਗੱਲ ਮੇਰੇ ਪਤੀ ਦੀ ਵੀ ਮੈਨੂੰ ਗਲਤ ਲੱਗੀ, ਪਰ ਕੋਮਲ ਨੂੰ ਮੇਰੇ ਨਾਲ ਇੰਨਾ ਗਲਤ ਨਹੀਂ ਸੀ ਕਰਨਾ ਚਾਹੀਦਾ ਕਿ ਉਹ ਮੇਰੀ ਜਾਨ ਹੀ ਲੈ ਲੈਂਦੀ। ਮੈਨੂੰ ਤਾਂ ਲੱਗਿਆ ਸੀ ਕਿ ਇਹਨਾਂ ਸਭ ਕੁਝ ਹੋਣ ਦੇ ਬਾਅਦ ਵੀ ਮੈਂ ਕਦੇ ਮਾਂ ਨਹੀਂ ਬਣ ਸਕਦੀ। ਪਤਾ ਨਹੀਂ ਉਹ ਕਦੋਂ ਤੋਂ ਮੈਨੂੰ ਬਾਝ ਬਣਨ ਵਾਲੀ ਦਵਾਈ ਦੇ ਰਹੀ ਸੀ, ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪ੍ਰਮਾਤਮਾ ਨੇ ਮੇਰੀ ਝੋਲੀ ਵਿੱਚ ਜੁੜਵਾ ਬੱਚੇ ਪਾ ਦਿੱਤੇ। ਪ੍ਰਮਾਤਮਾ ਚਾਹੁੰਦਾ ਹੈ ਤਾਂ ਉਹ ਇਸ ਦੁਨੀਆ ਵਿੱਚੋਂ ਉਸ ਨੂੰ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਮੇਰੇ ਇੱਕ ਧੀ ਤੇ ਇੱਕ ਪੁੱਤ ਹੋਇਆ। ਫਿਰ ਮੈਂ ਪ੍ਰਮਾਤਮਾ ਦੀ ਕਿਰਪਾ ਨਾਲ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ। ਮੇਰੀ ਦਰਾਣੀ ਕਿੱਥੇ ਗਈ ਮੈਨੂੰ ਵੀ ਕੋਈ ਪਤਾ ਨਹੀਂ। ਉਹ ਕਿਸ ਦੇ ਨਾਲ ਰਹਿੰਦੀ ਹੈ, ਉਸਦਾ ਵਿਆਹ ਹੋਇਆ ਜਾਂ ਨਹੀਂ, ਸਾਨੂੰ ਉਸ ਬਾਰੇ ਕੁਝ ਵੀ ਨਹੀਂ ਸੀ ਪਤਾ ਲੱਗਿਆ। ਪਰ ਮੈਂ ਕਦੇ ਮੈਂ ਇਹ ਸੋਚਦੀ ਹਾਂ ਕਿ ਮੇਰੇ ਪਤੀ ਨੇ ਵੀ ਉਸ ਨਾਲ ਬਹੁਤ ਗਲਤ ਕੀਤਾ। ਅਮਰ ਹੀ ਉਸ ਨੂੰ ਇਸ ਹੱਦ ਤੱਕ ਲੈ ਕੇ ਆਇਆ ਸੀ। ਅਮਰ ਦੇ ਦਿਲ ਵਿੱਚ ਮੇਰੇ ਲਈ ਜੋ ਪਿਆਰ ਸੀ, ਉਸਨੇ ਕੋਮਲ ਦੇ ਦਿਲ ਵਿੱਚ ਮੇਰੇ ਲਈ ਨਫ਼ਰਤ ਭਰ ਦਿੱਤੀ। ਪਰ ਜੋ ਇਨਸਾਨ ਤੁਹਾਡੇ ਨਾਲ ਬੁਰਾ ਕਰਦਾ ਹੈ, ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਵੀ ਉਸ ਦੇ ਨਾਲ ਬੁਰਾ ਹੀ ਕਰੋ। ਚੰਗਾ ਇਨਸਾਨ ਉਹ ਹੁੰਦਾ ਹੈ ਜਿਹੜਾ ਕਿਸੇ ਦੇ ਬੁਰਾ ਕਰਨ ਤੇ ਵੀ ਉਸ ਦੇ ਬਾਰੇ ਚੰਗਾ ਹੀ ਸੋਚਦਾ ਹੈ। ਹਾਂਜੀ ਦੋਸਤੋ, ਅੱਜ ਦੀ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਨੇ? ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਤੇ ਤੁਹਾਨੂੰ ਸਾਡੀਆਂ ਕਹਾਣੀਆਂ ਕਿਸ ਤਰ੍ਹਾਂ ਦੀਆਂ ਲੱਗਦੀਆਂ ਹਨ, ਉਸ ਦੇ ਬਾਰੇ ਵੀ ਸੁਝਾਅ ਜ਼ਰੂਰ ਦਿਓ। ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।